श्री वाहेगुरु साहिब जी। कुंभे बदा जल रह, जल बिन कुंभ न होए। ज्ञान का वधा मन रहे, गुर बिन ज्ञान न होए। बिन सतगुर सेवे, बहुता दुख लागा। जुग चारे फरमाए, हम दीन तुम जुग जुग दाते। सब दे तेह बुझाई। किस ही कोई कोय, मंज निमानी इक तू। क्यों ना मरी जै रोए, जान लग चित न आवई। क्यों ना मरी जै रोए, जान लग चित न आवई। जागती जोत रूहानियत दे मुजस्मे, शबद ब्रह्म सतगुरु धन धन साहिब श्री गुरु ग्रंथ साहब महाराज जी की पावन पवित्र हजूरी दे विच जुड़ बैठन का सुभाग समा प्राप्त होया है। आप जियां ने बड़े प्रेम नाल बच्ची पासों रब्बी बाणी का कीर्तन श्रवण किया है। सतगुरु की सेवा सफल है, जे को करे चित लाए। मन चिंदिया फल पावना, होमै विचों जाए। सो बड़े प्रेम नाल आप जी कीर्तन सरवण कर रहे सो। आओ अगले समय लिए अज धन धन गुरु अंगद देव जी पिता महाराज, जिन्हों ने अपने जीवन दे विच परमात्मा की रजा विच किवें रहना है अते गुरु दे हुक्म की कमाई किवें करनी है, जे कोई जिज्ञासु सिख साधु साधना करन वाला सीखना चाहता है तो साडे सामने
ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਦਾ ਉਹ ਅਮਲੀ ਜੀਵਨ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਅਮਲ ਕਰਕੇ ਵਿਖਾਇਆ। ਆਓ ਉਹਨਾਂ ਦੇ ਜੀਵਨ ਵਰਤਾਂਤ ਵਿੱਚੋਂ ਆਪ ਜੀਆਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਸੋ ਜਿਤਨੀਆਂ ਵੀ ਸੰਗਤਾਂ ਇਹ ਪ੍ਰੋਗਰਾਮ ਦੇਖ ਰਹੀਆਂ ਹਨ, ਯਤਨ ਕਰਿਆ ਕਰੋ ਕਿ ਵੱਧ ਤੋਂ ਵੱਧ ਪ੍ਰੋਗਰਾਮ ਜੋ ਗੁਰੂ ਘਰ ਤੋਂ ਲਾਈਵ ਕੀਤੇ ਜਾਂਦੇ ਹਨ ਉਹਨੂੰ ਸ਼ੇਅਰ ਕਰਿਆ ਕਰੋ, ਕਿਉਂਕਿ ਸ਼ੇਅਰ ਕਰਨ ਦੇ ਨਾਲ ਕੀ ਹੁੰਦਾ, ਜੇ ਅਸੀਂ ਨਹੀਂ ਵੀ ਸੁਣ ਸਕਦੇ, ਨਹੀਂ ਵਕਤ ਹੈ, ਤੇ ਹੋ ਸਕਦਾ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਵਿੱਚੋਂ ਕੋਈ ਸੁਣ ਲਵੇ। ਕਿਸੇ ਦਾ ਮਨ ਗੁਰੂ ਦੇ ਇਤਿਹਾਸ ਦੇ ਵਿਚਾਰ ਨੂੰ ਸੁਣ ਕੇ ਜਾਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਹ ਸਿੱਖੀ ਦੇ ਦਾਇਰੇ ਵਿੱਚ ਆ ਜਾਂਦਾ ਹੈ, ਉਸ ਦਾ ਫਲ ਤੁਹਾਨੂੰ ਜ਼ਰੂਰ ਪ੍ਰਾਪਤ ਹੋਏਗਾ। ਸੋ ਸਾਰਿਆਂ ਨੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਕਿ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਜਾਓ, ਤਾਂ ਕਿ ਗੁਰੂ ਸਾਹਿਬ ਜੀ ਦਾ ਇਤਿਹਾਸ ਸਾਡੇ ਅੱਖਾਂ ਦੇ ਸਾਹਮਣੇ ਆ ਸਕੇ, ਅਸੀਂ ਉਹਨਾਂ ਦੇ ਇਤਿਹਾਸ ਵਿੱਚੋਂ ਕੁਝ ਸਿੱਖਿਆ ਲੈ ਸਕੀਏ। ਪਿਆਰ ਨਾਲ ਸਾਹਿਬਾਂ ਦੀ ਬਖਸ਼ੀ ਪਾਵਨ ਫਤਿਹ ਦੀ ਸਾਂਝ ਕਰਨੀ ਅਤੇ ਗੁਰੂ ਸਾਹਿਬ ਜੀ ਦੀ ਅਸੀਸਾਂ ਦੇ ਪਾਤਰ ਬਣੋ, ਜੀਵਨ ਸਫਲ ਕਰੋ। ਝੁਕਾਓ ਸੀਸ, ਦਾਸ ਨੂੰ ਅਸੀਸਾਂ ਦਿਓ ਕਿ ਮੈਂ ਕੁਝ ਕਹਿ ਸਕਾਂ ਤੇ ਆਪ ਜੀ ਕੁਝ ਸੁਣ ਸਕੋ। ਇਹ ਰਲ ਕੇ ਅਰਦਾਸ ਗੁਰੂ ਚਰਨਾਂ 'ਚ ਕਰੀਏ। ਸਤਿਗੁਰੂ ਆਪਣਾ ਮਿਹਰ ਦਾ ਹੱਥ ਰੱਖਣ, ਸਾਨੂੰ ਵਿਚਾਰਨ ਅਤੇ ਸਮਝਣ ਦੀ ਤੌਫੀਕ ਬਖਸ਼ਿਸ਼ ਕਰਨ। ਪਿਆਰ ਨਾਲ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਕਰਦੇ ਹਾਂ ਤਾਂ ਹਰ ਇੱਕ ਗੁਰੂ ਵਿਅਕਤੀ ਤੋਂ, ਗੁਰੂ ਜੋਤ ਤੋਂ ਸਾਨੂੰ ਜੀਵਨ ਦੀ ਜੁਗਤ ਪ੍ਰਾਪਤ ਹੁੰਦੀ ਹੈ ਕਿ ਉਹਨਾਂ ਦਾ ਜੀਵਨ ਕਿੱਦਾਂ ਦਾ ਰਿਹਾ, ਉਹਨਾਂ ਨੇ ਸਿੱਖ ਬਣ ਕੇ ਸਿੱਖੀ ਦੀ ਕਮਾਈ ਕਿਵੇਂ ਕੀਤੀ, ਫਿਰ ਗੁਰੂ ਦਾ ਰੂਪ ਕਿਵੇਂ ਹੋਏ। ਇਹ ਅੱਜ ਹਰ ਇੱਕ ਨੂੰ ਵਿਚਾਰਨੀ ਹੈ ਗੱਲ ਕਿ ਅਸੀਂ ਸਾਰਿਆਂ ਨੇ ਪਹਿਲਾਂ ਸਿੱਖੀ ਕਮਾਉਣ ਦੀ ਗੁਰੂ ਕੋਲੋਂ ਜੁਗਤ ਸਿੱਖਣੀ ਹੈ, ਔਰ ਜੁਗਤ ਸਿੱਖ ਕੇ ਉਸ ਜੁਗਤ ਨੂੰ ਅਪਣਾ ਕੇ ਅਸੀਂ ਗੁਰੂ ਦਾ ਰੂਪ ਹੋਣਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਜਾਂ ਖਾਲਸਾ ਮੇਰਾ ਸਤਿਗੁਰ ਪੂਰਾ। ਸਿੱਖ ਨੇ ਗੁਰੂ ਕੋਲੋਂ ਸਿੱਖਿਆ ਲੈ ਕੇ, ਜੁਗਤ ਲੈ ਕੇ ਉਸ ਜੁਗਤੀ ਨੂੰ ਜੀਵਨ 'ਚ ਕਮਾਉਣਾ ਹੈ, ਅਪਣਾਉਣਾ ਹੈ। ਉਸ ਤੋਂ ਬਾਅਦ ਸਿੱਖ ਨੇ ਖਾਲਸਾ ਬਣਨਾ ਹੈ ਅਤੇ ਖਾਲਸਾ ਉਹੀ ਰੂਪ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਨੂੰ ਬਖਸ਼ਿਆ ਹੈ। ਐਸੇ ਸਤਿਗੁਰੂ ਜੋ ਨਿਮਰਤਾ, ਹਲੇਮੀ, ਸਹਿਨਸ਼ੀਲਤਾ ਅਤੇ ਗੁਰੂ ਦੀ ਰਜ਼ਾ ਨੂੰ ਮੰਨਣ ਵਾਲੇ ਧੰਨ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ, ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਜ਼ਿਲ੍ਹਾ ਗੁਜਰਾਤ, ਪਿੰਡ ਮੱਗੋਵਾਲ ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ,
ਇਹਨਾਂ ਦੇ ਜਿਹੜੇ ਪਿਤਾ ਸਨ ਫੇਰੂਮਲ ਜੀ, ਉੱਥੋਂ ਆ ਕੇ ਮੱਤੇ ਦੀ ਸਰਾਂ ਵਿੱਚ ਵਸੇ ਸਨ। ਮੱਤੇ ਦੀ ਸਰਾਂ ਵਿੱਚ ਆ ਕੇ ਵਸ ਗਏ ਸਨ ਅਤੇ ਮੱਤੇ ਦੀ ਸਰਾਂ ਵਿੱਚ ਹੀ ਭਾਈ ਲਹਿਣਾ ਜੀ ਦਾ ਸੰਨ 1504 ਦੇ ਵਿੱਚ ਵੈਸਾਖ ਮਹੀਨੇ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ। ਮੱਤੇ ਦੀ ਸਰਾਂ ਵਿੱਚ ਜੋ ਆਪ ਜੀ ਦੇ ਪਿਤਾ ਫੇਰੂਮਲ ਜੀ ਸਨ, ਉਹ ਇੱਥੇ ਦੇ ਚੌਧਰੀ ਤਖਤ ਮਾਲ ਕੋਲ ਹਿਸਾਬ ਕਿਤਾਬ ਦਾ ਕੰਮ ਕਰਦੇ ਸਨ, ਕਿਉਂਕਿ ਉਰਦੂ ਫਾਰਸੀ ਦੇ ਚੰਗੇ ਵਿਦਵਾਨ ਸਨ, ਲੇਖੇ ਜੋਖੇ ਵਿੱਚ ਬੜੇ ਮਾਹਿਰ ਸਨ। ਇਸ ਕਰਕੇ ਇਹਨਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਚੌਧਰੀ ਤਖਤ ਮਲ ਕੋਲ ਆਪ ਜੀ ਨੇ ਕੰਮਕਾਰ ਕੀਤਾ। ਇੱਥੇ ਹੀ ਆਪ ਜੀ ਦਾ ਬਤੀਤ ਹੋਇਆ। ਪਿਤਾ ਜੀ ਬਚਪਨ ਤੋਂ ਹੀ ਵੈਸ਼ਨੋ ਦੇਵੀ ਦੇ ਉਪਾਸਕ ਸਨ। ਬਾਬਾ ਫੇਰੂਮਲ ਜੀ ਰਾਤ ਨੂੰ ਭੇਟਾਵਾਂ ਗਾਣੀਆਂ ਦੇਵੀ ਦੀਆਂ, ਔਰ ਹਰ ਸਾਲ ਸੰਗਤਾਂ ਦਾ ਜੱਥਾ ਲੈ ਕੇ ਯਾਤਰਾ ਵਾਸਤੇ ਜਾਣਾ। ਇਸ ਤਰ੍ਹਾਂ ਉਹਨਾਂ ਦਾ ਇਹ ਜੀਵਨ ਗੁਜ਼ਰਦਾ ਚਲਾ ਜਾ ਰਿਹਾ ਸੀ। ਚੌਧਰੀ ਤਖਤ ਮਲ ਕੋਲ ਕੰਮ ਕਰਦੇ ਵਕਤ ਇੱਕ ਵਾਰੀ ਐਸਾ ਹੋਇਆ ਕਿ ਆਪ ਜੀ ਦੇ ਹਿਸਾਬ ਕਿਤਾਬ ਦੇ ਵਿੱਚ ਕੋਈ ਭੁੱਲ ਚੁੱਕ ਹੋ ਗਈ, ਔਰ ਉਸ ਹਿਸਾਬ ਕਿਤਾਬ ਕਰਕੇ ਚੌਧਰੀ ਤਖਤ ਮਲ ਨੇ ਆਪ ਜੀ ਦੇ ਉੱਤੇ ਗਬਨ ਦਾ ਕੇਸ ਪਾ ਦਿੱਤਾ। ਆਪ ਜੀ ਨੂੰ ਕੈਦ ਕਰ ਲਿਆ। ਉੱਥੇ ਚੌਧਰੀ ਤਖਤ ਮਲ ਦੇ 7 ਪੁੱਤਰ ਸਨ। ਇੱਕ ਪੁੱਤਰੀ ਜਿਹੜੀ ਸੱਤ ਭਰਾਈ, ਉਸਦਾ ਨਾਂ ਸੀ, ਉਹ ਖੰਡੂਰ ਸਾਹਿਬ ਦੇ ਵਿੱਚ ਉੱਥੇ ਦੇ ਚੌਧਰੀ ਨਾਲ ਵਿਆਹੀ ਹੋਈ ਸੀ। ਤੇ ਭਾਈ ਲਹਿਣਾ ਜੀ ਉਹਨਾਂ ਨੂੰ ਭੂਆ ਕਹਿੰਦੇ ਸਨ, ਕਿਉਂਕਿ ਬੀਬੀ ਜਿਹੜੀ ਸੱਤ ਭਰਾਈ ਸੀ ਬਾਬਾ ਫੇਰੂਮਲ ਜੀ ਨੂੰ ਆਪਣਾ ਭਰਾ ਸਮਝਦੀ ਸੀ, ਔਰ ਭਰਾਵਾਂ ਦੀ ਤਰ੍ਹਾਂ ਹੀ ਉਹਨਾਂ ਨੂੰ ਪਿਆਰ ਕਰਦੀ ਸੀ। ਕਿਉਂਕਿ ਤਖਤ ਮਲ ਦੇ ਨਾਲ ਬਾਬਾ ਫੇਰੂਮਲ ਜੀ ਹੁਣਾਂ ਦੇ ਬੜੇ ਗੂੜੇ ਸੰਬੰਧ ਰਹੇ ਹਨ। ਪਰ ਗਵਨ ਦਾ ਕੇਸ ਪੈਣ ਕਰਕੇ ਭਾਈ ਲਹਿਣਾ ਜੀ ਆਪਣੀ ਭੂਆ ਭਰਾਈ ਕੋਲ ਜਾਂਦੇ ਹਨ ਅਤੇ ਗੱਲਬਾਤ ਕਰਦੇ ਹਨ, ਔਰ ਆਖਦੇ ਹਨ ਕਿ ਮੇਰੇ ਪਿਤਾ ਨੇ ਗਵਨ ਨਹੀਂ ਕੀਤਾ, ਮੇਰੇ ਪਿਤਾ ਸੱਚੇ ਸੁੱਚੇ ਇਨਸਾਨ ਨੇ। ਤੁਹਾਡੇ ਪਿਤਾ ਜੀ ਨੇ ਜੋ ਕੇਸ ਪਾਇਆ, ਇੱਕ ਵਾਰੀ ਫਿਰ ਹਿਸਾਬ ਕਿਤਾਬ ਦੁਆਰਾ ਹੋ ਜਾਵੇ ਤਾਂ ਤਸੱਲੀ ਹੋ ਜਾਵੇਗੀ। ਬੀਬੀ ਭਰਾਈ ਜਿਹੜੀ ਸੀ, ਇਸ ਦੀ ਗੱਲ ਇਹਨਾਂ ਦੇ ਪਿਤਾ ਤਖਤ ਮਲ ਕਦੀ ਮੋੜਦੇ ਨਹੀਂ ਸਨ। ਇਹਨਾਂ ਨੇ ਬੇਨਤੀ ਕੀਤੀ, ਔਰ ਬੇਨਤੀ ਕਰਕੇ ਤਖਤ ਮਲ ਜੀ ਨੂੰ ਆਖਿਆ ਕਿ ਇੱਕ ਵਾਰੀ ਫਿਰ ਦੁਬਾਰਾ ਤੁਸੀਂ ਲੇਖਾ ਜੋਖਾ ਚੈੱਕ ਕਰਾਓ। ਜਦੋਂ ਲੇਖਾ ਜੋਖਾ ਚੈੱਕ ਕਰਾਇਆ ਗਿਆ ਤੇ ਉੱਥੇ ਕੀ ਹੋਇਆ ਕਿ ਲੇਖੇ ਚੋਖੇ ਦੇ ਵਿੱਚ ਬਾਬਾ ਫੇਰੂਮਲ ਜੀ ਸੁਰਖਰੂ ਹੋ ਗਏ। ਹਿਸਾਬ ਕਿਤਾਬ ਬਿਲਕੁਲ ਸਹੀ ਨਿਕਲਿਆ, ਕੋਈ ਗਵਨ ਉਹਨਾਂ ਨੇ ਕੀਤਾ ਨਹੀਂ ਸੀ, ਕਿਉਂਕਿ ਆਪ ਸਤਸੰਗੀ ਸਨ, ਸ਼ੁਭ ਕਰਮ ਕਰਦੇ ਸਨ। ਇਹ ਗੱਲ ਵੱਖਰੀ ਹੈ ਕਿ ਆਪ ਚਲਦੇ ਹੋਏ ਪ੍ਰਵਾਹ ਦੇ ਵਾਂਗ ਸਨ, ਭਾਵੇਂ ਉਸਦੀ ਦਿਸ਼ਾ ਗਲਤ ਸੀ, ਪਰ ਆਪ ਸਤ ਵਾਲੇ ਮਾਰਗ ਤੇ ਤੁਰੇ ਹੋਏ ਸਨ। ਸੋ ਇਹ ਪਰਿਵਾਰ ਫਿਰ ਆਪ ਜੀ ਨੇ ਕੀ ਕੀਤਾ ਕਿ ਜਦੋਂ ਗਵਨ ਦਾ ਕੇਸ ਤੋਂ ਆਪ ਜੀ ਰਿਹਾ ਹੋਏ ਤੇ ਆਪ ਜੀ ਦਾ ਉੱਥੇ ਮਨ ਨਾ ਲੱਗਿਆ, ਤੇ ਆਪਣੇ ਸਹੁਰੇ ਪਰਿਵਾਰ ਦੀ ਇਜਾਜ਼ਤ ਦੇ ਨਾਲ ਬਾਬਾ ਫੇਰੂਮਲ ਜੀ ਉਹ ਨਗਰ ਛੱਡ ਕੇ ਹਰੀਕੇ ਪੱਤਨ ਜਾ ਕੇ ਵਸ ਗਏ। ਹਰੀਕੇ ਪੱਤਨ ਜਾ ਕੇ ਬਾਬਾ ਫੇਰੂਮਲ ਜੀ ਨੇ ਦੁਕਾਨ ਪਾਈ। ਉਸੀ ਦਿਨਾਂ ਦੇ ਵਿੱਚ ਦੁਕਾਨ ਕਰਦੇ ਕਰਦੇ ਉਹਨਾਂ ਨੂੰ ਘਾਟਾ ਪੈਂਦਾ ਚਲਾ ਗਿਆ, ਦੁਕਾਨ ਭਾਵ ਚਲੀ ਨਹੀਂ। ਤੇ ਉੱਥੋਂ ਬਾਬਾ ਫੇਰੂਮਲ ਜੀ ਨੇ
उस नगर नूं भी छड्डण दा विचार कीता। नगर नूं छड्ड के आप खंडूर साहब की धरती ते आ गए और इत्थे आके दुकान पाई। उधर दूजे पासे बीबी दया कौर जो गुरु अंगद देव जी महाराज दे माता जी हैं, बाबा फेरीमल जी दे महल हैं। ये दोवें बड़े संतोखी जोड़ा है, जीवन बड़ा सोहना वसर करने वाले हैं। जदों खंडूर साहब दे विच शुरुआत की तो उत्थे दुकान आदि आरंभ की, दुकान चल पई, चंगी दुकान चली तो रहना सहना परिवार का चंगा हो गया। पर जिहड़ा वो वैष्णो देवी जाण दा जिहड़ा प्रोग्राम सी इत्थे भी उन्होंने जारी रखा। इत्थे ही एक संगरपन दे लाला देवी चंद उन्हां दी पुत्री बीबी खेम तो आप जी का 1519 दे विच ब्याह होया। 1504 दे विच आप जी का प्रकाश होया। 1519 विच जदों आप 15 सालां दे होए ते बीबी खेम जिन्हां नूं असीं माता खीवी जी करके जानते हाँ, उन्हां दे नाल आप जी का ब्याह होया। आप जी दे घर दे विच उन्हां दिनां दे विच ही भाई लैणा जी दे घर विच 4 संतानां होईयां, बाबा दासू जी, बाबा दातू जी, बीबी अमरो जी ते बीबी अनोखी जी। जद आप जी दे पिता वैष्णो देवी जाते सन ते आप जी नूं भी नाल लैके जाते सन। पर यह यात्रा का समा ज़्यादा लंबा ना चल सकिया। अचनचेत जदों आप जी 22 कुछ सालों के होए 1526 विच आप जी के पिता बाबा फेरूमल जी अकाल चलाना कर गए। तो जिथे कि दुकानदारी की जिम्मेवारी, परिवार की जिम्मेवारी अते नाल जिहड़े यात्रु वैष्णो देवी जाते सन उस जत्थे की जिम्मेवारी आप जी के सिर ते आके पै गई। आप जी ने ये सारिया जिम्मेवारियां नूं बड़ी सहनशीलता, बड़ी लगन नाल, बड़े सहज नाल, ठरमे नाल निभाया। खंडूर साहब जी की पावन धरती ते आप जत्था लैके जान लग पे। पर आप जी परिवार नूं पालदे होए, दुकानदारी करते हुए हर वेले थोड़ा उचाट रहिंदे सन, अशांत जहे रहिंदे सन। हिरदे विच वो शांति, वो सहज, वो सुख नहीं सी जिसकी भाल वास्ते आप जी यात्रा कर रहे सन, जां जिहड़ा सुख हर एक मनुख चाहुंदा है। ਇਹ ਗੱਲ ਵੱਖਰੀ, दुनिया का हर एक मनुख वो आत्मिक सुख, सहज, आनंद, खेड़ा चाहुंदा है, खुशी चाहुंदा है। हर एक मनुख कलेस, चिंतावां, फिकर, झोरियां तो बचना चाहता है। पर ख्याल करना वो सुख जीवन दे विच नहीं सी। आप जी नूं जत्था ले जाते हुए भी 1526 तो लैके 1532 का वक्त आ गया। लगभग ये 6 कुछ सालों का वक्त आप जी वैष्णो देवी यात्रा लैके जाते रहे। 1532 के शुरुआत विच आप जी के जीवन विच एक अमोलक घटना वापरी कि आप जी ने उसी नगर खंडूर साहब के रहन वाले गुरु के लाल गुरु नानक दे प्यारे सिख भाई जोध जी पासों अमृत बोलां नूं सुनिया। क्योंकि पहला जिहड़ी धार्मिक रहो रीत सी या धार्मिक उपदेश सी वो संस्कृत भाषा विच सी ते संस्कृत भाषा के जिहड़े श्लोक सन वो केवल पंडित पढ़ सकदा सी अते पंडित ही समझ सकदा सी। इस करके पंडित जिहड़ी गल समझांदा सी उही गल लोकां दे समझ आउंदी सी। आम लोग उस चीज़ नूं समझ नहीं पाउंदे सन। पर गुरु नानक पातशाह जी ने जो बाणी उचारण कीती सी वो साध भाषा विच, सरल भाषा विच, उस इलाके दी बोली दे विच ही आप जी ने बाणी नूं उचारण कीता। हुण वो बोली जिहड़ी सी वो आम बोल चाल वाली बोली सी। हुण भाई जोध जिहड़ा है वो गुरु नानक पातशाह का पक्का सिख है, नितनेमी सिख है, जीवन वाला सिख है। ख्याल करना अज प्रचार विच जे किते घाट है तो वो घाट है कि अजोके सिख अखवाउण वाले नाम नूं सिख ने, या मैं कह लवां गुस्ताखी माफ नाम तरीक सिख ने, पर जीवन विच सिखी की खुशबू नहीं है।
ਸਿੱਖੀ ਵਾਲਾ ਆਨੰਦ ਨਹੀਂ ਜੀਵਨ ਵਿੱਚ। ਹਰ ਵੇਲੇ ਚਿੜੇ ਚਿੜੇ ਜੇ ਰਹਿੰਦੇ ਨੇ, ਦੁਖੀ ਦੁਖੀ ਜੇ ਰਹਿੰਦੇ ਨੇ। ਪਤਾ ਨਹੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਹੋਰ ਪਾਸੇ ਤੋਰਿਆ ਹੋਇਆ। ਜਿਹੜੇ ਸੱਚੀ ਮੁੱਚੀ ਇਸ ਪਾਸੇ ਜੁੜੇ ਨੇ ਉਹ ਵਡਭਾਗੀ ਨੇ, ਤੇ ਉਹਨਾਂ ਨੂੰ ਮੈਂ ਹਮੇਸ਼ਾ ਨਮਸਕਾਰ ਕਰਦਾ ਐਸੇ ਗੁਰੂ ਕੇ ਸਿੱਖਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਦੇ ਇਸ ਸ਼ਬਦ ਨਾਲ ਕੜਿਆ। ਪਰ ਭਾਈ ਜੋਤ ਜਿੱਥੇ ਨਿਤਨੇਮੀ ਹੈ ਉੱਥੇ ਬੜੇ ਪ੍ਰਸੰਨਤਾ ਦੇ ਨਾਲ, ਖੁਸ਼ੀ ਦੇ ਨਾਲ, ਚਾਅ ਦੇ ਨਾਲ ਬਾਣੀ ਪੜ੍ਹਦਾ। ਆਪ ਜੀ ਅੰਮ੍ਰਿਤ ਵੇਲੇ ਭਾਈ ਜੋਤ ਵੀ ਆਪਣੀ ਦੁਕਾਨਦਾਰੀ ਕਰਦੇ ਨੇ ਤੇ ਕਹਿੰਦੇ ਨੇ ਕਿ ਦੁਕਾਨ ਤੇ ਬੈਠ ਕੇ ਹਰ ਰੋਜ਼ ਅੰਮ੍ਰਿਤ ਵੇਲੇ ਆਪ ਜੀ ਬਾਣੀ ਪੜ੍ਹਿਆ ਕਰਦੇ ਸਨ। ਆਸਾ ਕੀ ਵਾਰ ਦਾ ਬਾਣੀ ਨੂੰ ਪੜ੍ਹਨਾ, ਔਰ ਉਸ ਵੇਲੇ ਆਸਾ ਕੀ ਵਾਰ ਕੇਵਲ ਪੌੜੀਆਂ ਹੁੰਦੀਆਂ ਸਨ। ਬਾਅਦ ਦੇ ਅੰਦਰ ਆਸਾ ਕੀ ਵਾਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਲੋਕ ਦਰਜ ਕੀਤੇ ਨੇ, ਜਿਸ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਵੀ 15 ਸ਼ਲੋਕ ਤੇ 48 ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ। ਆਪ ਜੀ ਨੇ ਜਦੋਂ ਰਸਤੇ ਵਿੱਚ ਜਾਂਦਿਆਂ ਜੰਗਲ ਪਾਣੀ ਨੂੰ ਭਾਈ ਲਹਿਣਾ ਜੀ ਜਾ ਰਹੇ ਸਨ, ਭਾਈ ਜੋਧ ਕੋਲੋਂ ਬੜੇ ਪਿਆਰ ਨਾਲ ਨਿਮਰਤਾ ਵਿੱਚ ਬਾਣੀ ਪੜ੍ਹ ਰਿਹਾ ਸੀ, ਬੜੇ ਸਹਿਜ ਵਿੱਚ। ਤੇ ਆਪ ਜੀ ਦੇ ਕੰਨਾਂ ਵਿੱਚ ਇਹ ਸ਼ਬਦ ਪਿਆ, ਪੌੜੀ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਮੈਂ ਕਈ ਵਾਰੀ ਸੋਚਦਾ ਹਾਂ ਕਿ ਭਾਈ ਜੋਤ ਜੀ ਦਾ ਜੀਵਨ ਕਿਤਨਾ ਪਿਆਰਾ ਹੋਏਗਾ, ਕਿਤਨਾ ਜੀਵਨ ਦੇ ਵਿੱਚ ਖੇੜਾ ਹੋਏਗਾ ਉਸਦੇ, ਕਿਤਨੇ ਆਨੰਦ ਵਿੱਚ ਭਾਈ ਜੋਤ ਜੀ ਬਾਣੀ ਪੜ੍ਹ ਰਹੇ ਹੋਣਗੇ ਕਿ ਉਹਨਾਂ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਬਾਬਾ ਜੀ ਦੇ ਬੋਲ ਜਦੋਂ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਪੈਂਦੇ ਨੇ ਤੇ ਉਹਨਾਂ ਦੇ ਅੰਦਰੋਂ ਇੱਕ ਖਿੱਚ ਪੈਦਾ ਹੋ ਜਾਂਦੀ ਹੈ। ਅੰਦਰ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਸ ਨੂੰ ਸੇਵ ਕੇ ਸੁੱਖ ਮਿਲਦਾ ਹੈ ਉਸ ਸਾਹਿਬ ਨੂੰ ਸਦਾ ਦਾ ਅਰਥ ਹੈ ਹਮੇਸ਼ਾ ਹੀ ਸੰਭਾਲਣਾ ਚਾਹੀਦਾ ਹੈ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪ ਨਾ ਸਾਕਾਲ ਬੁਰੀ ਕਿਉਂ ਕਾਲੀਐ। ਮਨ ਦਾ ਮੂਲ ਨਾ ਕੀਚੀ ਦੇ ਲੰਬੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਸ ਲਾਹੇ ਉੱਪਰ ਕਾਲੀਐ। ਇਹ ਪੂਰੀ ਪੌੜੀ ਸੁਣੀ। ਪੌੜੀ ਨੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਆਮ ਭਾਸ਼ਾ ਵਿੱਚ ਸੀ। ਉਹਨਾਂ ਨੂੰ ਇੱਕ ਇੱਕ ਅੱਖਰ ਇਸ ਗੱਲ ਦਾ ਸਮਝ ਆ ਰਿਹਾ ਸੀ ਕਿ ਜਿਤ ਸੇਵੀਏ, ਜਿਹਨੂੰ ਸੇਵ ਕੇ ਸੁਖ ਪਾਈਏ, ਸੋ ਦਾ ਅਰਥ ਹੈ ਉਹ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ, ਜੇ ਆਪਣਾ ਹੀ ਕੀਤੇ ਦਾ ਫਲ ਪ੍ਰਾਪਤ ਹੋਣਾ, ਆਪਣੇ ਹੀ ਕੀਤੇ ਦਾ ਸੁੱਖ ਤੇ ਦੁੱਖ ਮਿਲਣਾ ਹੈ। ਸਾਕਾਲ ਬੁਰੀ ਕਿਉਂ ਕਾਲੀਏ। ਇਹ ਵੀ ਗੱਲ ਸਮਝ ਵਿੱਚ ਆ ਗਈ ਵੀ ਜੇ ਆਪਣੇ ਕੀਤਾਂ ਦਾ ਹੀ ਫਲ ਮਨੁੱਖ ਨੂੰ ਭੋਗਣਾ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕਰਮ ਜਿਹੜੇ ਮਨੁੱਖ ਦੇ ਅੱਗੇ ਆਉਂਦੇ ਨੇ, ਫਿਰ ਮਾੜੀ ਘਾਲਨਾ, ਮਾੜੇ ਕਰਮ ਕਿਉਂ ਕਰਨੇ ਚਾਹੀਦੇ ਹਨ। ਮਨ ਦਾ ਮੂਲ ਨਾ ਕੀਚੀ। ਮੰਦਾ ਦਾ ਅਰਥ ਹੈ ਮਾੜਾ ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਦੇ ਲੰਬੀ ਨਜ਼ਰ ਨਿਹਾਲੀਐ। ਲੰਬੀ ਨਜ਼ਰ ਨਿਹਾਲਿਆ ਦਾ ਅਰਥ ਹੈ ਕਿ ਅੱਗੇ ਦੀ ਵਿਚਾਰ, ਅੱਗੇ ਦੀ ਸੋਚ ਕਰਕੇ ਵੀ ਅੱਜ ਮੈਂ ਕੰਮ ਕਰ ਰਿਹਾ ਪਰ ਇਸ ਦਾ ਫਲ ਕੀ ਪ੍ਰਾਪਤ ਹੋਏਗਾ। ਇੱਕ ਕਿਸਾਨ ਵੀ ਫਸਲ ਬੀਜਦਾ ਨਾ, ਤੇ ਉਹ ਵਿਚਾਰ ਕਰਕੇ ਬੀਜਦਾ ਵੀ ਜਿਹੜੀ ਫਸਲ ਮੈਂ ਬੀਜਣ ਲੱਗਾ, ਜਿਹੜਾ ਮੈਂ ਬੀਜ ਪਾਉਣ ਲੱਗਿਆ, ਇਸ ਦੇ ਵਿੱਚੋਂ ਫਲ ਕੀ ਪ੍ਰਾਪਤ ਹੋਣਾ। ਇਹ ਗੱਲਾਂ ਸਨ, ਆਮ ਸਮਾਜ ਨਾਲ ਜੁੜੀਆਂ ਹੋਈਆਂ ਗੱਲਾਂ ਸਨ। ਇਹ ਗੱਲਾਂ ਨੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਿਆ। ਆਪ ਜੀ ਨੇ ਭਾਈ ਜੋਤ ਜੀ ਨੂੰ ਪੁੱਛਿਆ ਕਿ ਇਹ ਬਾਣੀ ਕਿਸ ਦੀ ਹੈ। ਆਖਣ ਲੱਗੇ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਕਿੱਥੇ ਰਹਿੰਦੇ ਹੈ? ਕਹਿੰਦੇ ਕਰਤਾਰਪੁਰ ਸਾਹਿਬ। ਆਪ ਜੀ ਨੇ ਨਗਰ ਵਸਾਇਆ ਕਰਤਾਰਪੁਰ ਸਾਹਿਬ, ਆਪ ਉੱਥੇ ਵਿਰਾਜਮਾਨ ਹੁੰਦੇ ਹਨ। ਹੁਣ ਇਸ ਸ਼ਬਦ ਨੇ, ਇਸ ਬਾਣੀ ਨੇ ਹੁਣ ਪ੍ਰੇਮ ਤਾਂ ਪੈਦਾ ਕਰ ਦਿੱਤਾ, ਪਿਆਰ ਤਾਂ ਪੈਦਾ ਕਰ ਦਿੱਤਾ। ਪਰ ਉਸੀ ਨਗਰ ਦੇ ਅੰਦਰ ਇੱਕ ਘਟਨਾ ਹੋਰ ਵਾਪਰੀ ਕਿ ਪਿਆਰ ਦੇ ਨਾਲ ਜਿਹੜਾ ਵਿਵਹਾਰ ਹੈ ਉਹ ਸੁੰਦਰ ਕਿਵੇਂ ਬਣੇ। ਜੇ ਇਸ ਬਾਣੀ ਨੇ ਅੰਦਰ ਪਿਆਰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਪੈਦਾ ਕਰ ਦਿੱਤਾ, ਪਰ ਉਹ ਤਰੀਕਾ ਕਿਵੇਂ ਪਤਾ ਲੱਗੇ ਜਿਹਨੂੰ ਸੇਵ ਕੇ ਸੁੱਖ ਮਿਲਦਾ। ਉਹ ਕੌਣ ਐਸਾ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਸੇਵਿਆ, ਗੁਰੂ ਨਾਨਕ ਪਾਤਸ਼ਾਹ ਦੇ ਸੰਪਰਕ ਵਿੱਚ ਆਏ, ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਇਸ ਬਾਣੀ ਨਾਲ ਜੁੜਦੇ ਨੇ, ਕਿ ਉਹਨਾਂ ਦੇ ਜੀਵਨ ਵਿੱਚ ਇਹ ਸੁੱਖ ਹੈਗਾ।
ਗੁਰਸਿੱਖੋ ध्यान देना, अज साडे जीवन च जदों लोग देखते होणगे ना तो वो चीज़ां नज़र नहीं आउंदियां जिहड़ी गल गुरु नानक पिता जी ने सिखां दी झोली च पाई सी। लोग सानू प्यार करते, लोग साडे उत्ते इतवार करते, पर कई बारी असी वो काम करते हाँ जिहड़ा कि साडी नलायकी प्रगट करता है, साडी चंगियाई प्रगट नहीं करता। भी गुरु साहब दे सिख होण ते ये काम करन। इस करके हुण उन्होंने देखना सी भी ऐसा कोई है जिसने वाकई गुरु साहब जी के बचनों को सिमरिया, गुरु साहब के बचनों की कमाई की तो उसनों सुख मिल गया, शगुन मिल गया। जीवन के विचों ठगियां, बुराइयां, चोरी, औगुण खत्म हो गए। आप जी के नगर विच ही एक रहिंदा सी सिंहा उपल। ये बेचारा संसारी तौर तो वेखिए तो माया घट सी, ते जिहदे कोल माया घट है संसारी लोग उसनों गरीब कहते हैं। लोगों की नज़र विच ये अत दा गरीब सी, गरीबड़ा जिहा सी। हुण ये जिवें इसने दिहाड़ी करनी, दिहाड़ी दे विच जो पैसा आउणा, भाई लैणा जी दुकान करते सन, उन्हां दी दुकान ते चले जाना ते उसका राशन लियाना। और रोज़ रोज़ दुकान ते जान करके दुकानदार दे नाल कुदरती ये प्यार हो जाना। इसदा प्यार पै गया। 2-4 दिन सिंहा उपल जी दुकान ते नहीं गए, हल्का शरीर भी ढिला सी, दिहाड़ी भी नहीं मिली। तो 2-3 दिन बाद जो दिहाड़ी मिलती है और दुकान ते जाते हैं तो सैर सवा पुछ लैंदे ने भी 2-3 दिन हो गए तुसीं दुकान ते कोई समान लैण वास्ते नहीं आए। साध संगत जी सच जानना, इसने आख्या भी दिहाड़ी नहीं मिली ते नाल शरीर भी थोड़ा ढिला सी ते अज दिहाड़ी मिली है। वो पैसे जाके भाई लैणा जी नूं दे दिते और उसका समान ले लिया। मन विच आया भाई लैणा जी दे भी इस दिहाड़ी करके जितने पैसे कमा के लाया, परिवार दे 3 जी ने इस दे नाल ते इस दे परिवार का गुजारा नहीं चलना। क्योंकि नगरां विच जिहड़े दुकानदार हुंदे ने पिंडां विच, वो सारे नगर दे बंदिआं नूं जाणदे ने। उन्होंने अपने वल्लों कुछ आटा पा दिता। सिंहा उपल ने कहा भी ये मेरी जिहड़ा मैं पैसे दिते सन ना उस तो वध आटा दे रहे तो मैनू मेरे जो पैसा है उसका ही हिस्सा चाहिए। जिहड़ा आटा वाधू पाया सी वो विचों कढ़ा दिता। राशन लैके आके पकाई, प्रसादा पकाया। प्रसादा 3 प्रसादे बने कहते ने उस आटे विचों। हुण प्रसादा छकन ही लगे सन, अचनचेत बूहे ते कोई आया तो उसने आवाज़ मार दी। कोई फकीर सी। उधर जो भाई लैणा जी देखन लगे भी मैं देखा तो सही भी इस सिख मनुख का जीवन है। पिछे पिछे चले गए भी ये किस तरह इस आटे विच गुजारा करेगा। इसके घर के अंदर आपस दे विच लड़ाई होगी, घरवाली आप रोटियां छिनेगी, ये आप रोटियां खोएगा एक दूजे कोलों, खोआ खुआई होगी मैं देखांगा। पर हैरानी की हद ना रही। आप जी ये सारा कुछ देखते रहे। प्रसादा तैयार हो गया, थाली विच पा दिता। एक भुखे मनुख ने आके आवाज़ मारी है फकीर ने कि जो ये सिंहा उपल का घर है, नगर दे अंदर सारे च घूम के आया सी। हो सकता कई ने मखोल की होवे, बड़े बड़े घर महल बाड़ियां वाला ने प्रसादा नहीं दिता। आख्या तेनों प्रसादा तो सिंहा उपल के घर मिलना। वो गुरु नानक का सिख है। इसने आवाज़ मार के पूछा भाई यही गुरु नानक के सिख का घर है। सिंहा उपल बड़ा गदगद होया कि अज मेरी पहचान गुरु नानक करके होने लग पई है भी मैं गुरु नानक का सिख हाँ। इसने की किया कि वो रोटियां पा के 2 उस फकीर नूं दे दित्तियां। भावें उन्होंने हजे होर भुख लगी सी पर घर की हालत नूं वेख के उसने 2 रोटियां दे विच ही समझौता किया और जो असीसां दे के चला गया। हुण भाई लैणा जी ये सब कुछ देख रहे ने। इस सिंहा उपल ने वो एक प्रसादा बचिया तो उहदे विच घरवाली कहती है तुसीं छक लवो, तुसीं दिहाड़ी कीती है। मैं तो गुआंढण कोल बैठी सी पूरा दिन, रब्बी गल्लां बातां चलदियां रहियां, इस करके मैनू तो भुख नहीं है। जो कि सिंहा उपर दी घरवाली ने
ਛੋਟਾ ਬੱਚਾ ਸੀ ਘਰ ਦੇ ਵਿੱਚ, ਉਹਨੂੰ ਵੀ ਦੁੱਧ ਪਿਲਾਉਣਾ ਹੁੰਦਾ ਸੀ, ਹੈ ਉਹ ਵੀ ਭੁੱਖੀ ਸੀ, ਪਰ ਉਹਦਾ ਸਬਰ ਸੰਤੋਖ ਬਹੁਤ ਵੱਡਾ ਸੀ। ਸਿਉਂਪਲ ਨੇ ਕਿਹਾ, ਤੇਰੇ ਚਿਹਰੇ ਨੂੰ ਮੈਂ ਧਿਆਨ ਨਾਲ ਪੜ੍ਹ ਲਿਆ, ਤੂੰ ਵੀ ਅਤ ਦੀ ਭੁੱਖੀ ਹੈ। ਇਹ ਗੱਲ ਵੱਖਰੀ ਹੈ ਕਿ ਤੇਰਾ ਸਬਰ ਸੰਤੋਖ ਵੱਡਾ ਹੈ। ਤੇ ਇਹ ਕਹਿੰਦੀ ਹੈ ਤੁਸੀਂ ਪ੍ਰਸਾਦਾ ਛਕ ਲਵੋ ਤੇ ਥੋੜ੍ਹੀ ਜਿਹੀ ਦਾਲ ਮੈਨੂੰ ਛੱਡ ਦੇਣਾ, ਮੈਂ ਦਾਲ ਦੇ ਨਾਲ ਹੀ ਗੁਜ਼ਾਰਾ ਕਰ ਲੈਣਾ। ਇਹ ਸਾਰਾ ਕੁਝ ਵੇਖਿਆ। ਇਹਨਾਂ ਚਿਰ ਦੇ ਵਿੱਚ ਭਾਈ ਲਹਿਣਾ ਜੀ ਨੇ ਆਵਾਜ਼ ਮਾਰ ਦਿੱਤੀ, ਆਖਣ ਲੱਗੇ ਇਹ ਜੀਵਨ ਕਿੱਥੋਂ ਪ੍ਰਾਪਤ ਹੋਇਆ? ਐਡਾ ਸਬਰ ਸੰਤੋਖ ਸਾਡੇ ਪਰਿਵਾਰ ਦੇ ਅੰਦਰ। ਆਖਣ ਲੱਗੇ ਇਹ ਸਬਰ ਸੰਤੋਖ ਸਾਨੂੰ ਗੁਰੂ ਨਾਨਕ ਤੋਂ ਮਿਲਿਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵੀ ਗੁਰੂ ਨਾਨਕ ਨੇ ਕਿਰਪਾ ਕੀਤੀ ਸੀ, ਗੁਰੂ ਨਾਨਕ ਦੇ ਸਿੱਖਾਂ। ਦੇਖੋ ਇੱਕ ਪਾਸੇ ਸ਼ਬਦ ਨੇ ਗੁਰੂ ਨਾਨਕ ਪ੍ਰਤੀ ਪ੍ਰੇਮ ਜਗਾ ਦਿੱਤਾ ਸੀ, ਹੁਣ ਜਿਸ ਨੂੰ ਸੇਵ ਕੇ ਸੁਖ ਮਿਲਦਾ ਹੈ, ਅੱਜ ਸਿਆਂ ਉੱਪਲ ਦਾ ਉਹ ਸੁਖ ਵੀ ਦੇਖ ਲਿਆ। ਐਡਾ ਸਬਰ, ਐਡਾ ਸੰਤੋਖ, ਐਡਾ ਸੁਖ ਜੀਵਨ ਦੇ ਅੰਦਰ। ਹੁਣ ਅੰਦਰ ਮਨ ਬਣਾਇਆ ਐਸੇ ਗੁਰੂ ਦੇ ਮੈਂ ਜ਼ਰੂਰ ਦਰਸ਼ਨ ਕਰਾਂਗਾ। ਐਤਕੀ ਇਕੱਠ ਨੂੰ ਲੈ ਕੇ ਗਏ, ਕਰਤਾਰਪੁਰ ਸਾਹਿਬ ਦਾ ਰਸਤਾ ਲਿਆ, ਵੈਸ਼ਨੋ ਦੇਵੀ ਜਾਣਾ ਸੀ ਔਰ ਉੱਥੇ ਜਾ ਕੇ ਡੇਰਾ ਕਰ ਲਿਆ। ਆਪ ਜੀ ਸਵੇਰ ਹੁੰਦੀ ਹੈ ਤੇ ਸਾਹਿਬ ਕੋਲ ਚਲੇ ਜਾਂਦੇ ਆ। ਉੱਥੇ ਜਦੋਂ ਜਾ ਰਹੇ ਨੇ ਤੇ ਰਸਤੇ ਵਿੱਚ ਆਪ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਤੁਰੇ ਜਾ ਰਹੇ ਨੇ। ਜਾ ਕੇ ਪੁੱਛਿਆ, ਬਜ਼ੁਰਗੋ ਵੀ ਇਸ ਨਗਰ ਦੇ ਅੰਦਰ ਨਾਨਕ ਤਪਾ ਰਹਿੰਦਾ? ਕਹਿੰਦੇ ਹਾਂ। ਤੁਸੀਂ ਉਹਨਾਂ ਦਾ ਘਰ ਜਾਣਦੇ ਹੋ? ਕਹਿੰਦੇ ਹਾਂ। ਮੈਨੂੰ ਉਹਨਾਂ ਦਾ ਰਸਤਾ ਦੱਸ ਦਿਓ। ਗੁਰੂ ਸਾਹਿਬ ਕਹਿੰਦੇ ਰਸਤਾ ਤੇ ਨਹੀਂ ਦੱਸ ਸਕਦਾ। ਤੁਸੀਂ ਕਹਿੰਦੇ ਹੋ ਮੈਂ ਜਾਣਦਾ ਹਾਂ, ਮੈਂ ਉਹਨਾਂ ਦਾ ਟਿਕਾਣਾ ਵੇਖਿਆ। ਆਖਣ ਲੱਗੇ ਇੱਦਾਂ ਕਰ, ਮੈਂ ਉਸ ਟਿਕਾਣੇ ਨੇ ਤੈਨੂੰ ਆਪ ਹੀ ਪਹੁੰਚਾ ਦਿੰਦਾ। ਪਿਆਰ ਵਾਲਿਓ, ਸੱਚ ਜਾਣਨਾ, ਭਾਈ ਲਹਿਣਾ ਜੀ ਦੀ ਘੋੜੀ ਦੀ ਲਗਾਮ ਆਪ ਗੁਰੂ ਨਾਨਕ ਪਾਤਸ਼ਾਹ ਨੇ ਫੜ ਲਈ। ਆਪ ਘੋੜੀ ਤੇ ਸਵਾਰ ਨੇ, ਅੱਗੇ ਅੱਗੇ ਗੁਰੂ ਨਾਨਕ ਪਾਤਸ਼ਾਹ ਤੁਰੇ ਜਾਂਦੇ ਨੇ। ਉੱਥੇ ਪਹੁੰਚ ਕੇ ਭਾਈ ਲਹਿਣਾ ਜੀ ਨੂੰ ਆਖਿਆ ਵੀ ਤੁਸੀਂ ਮੂੰਹ ਹੱਥ ਸੁੱਚੇ ਕਰ ਲਓ ਤੇ ਘੋੜੀ ਮੈਂ ਕਿੱਲੇ ਨਾਲ ਬੰਨ ਦਿੰਦਾ। ਗੁਰੂ ਨਾਨਕ ਪਾਤਸ਼ਾਹ ਨੇ ਆਪ ਘੋੜੀ ਨੂੰ ਕਿੱਲੇ ਨਾਲ ਬੰਨਿਆ ਤੇ ਭਾਈ ਲਹਿਣਾ ਨੇ ਹੱਥ ਪੈਰ ਸੁੱਚੇ ਕੀਤੇ, ਧੋਤੇ, ਸਾਫ਼ ਕੀਤੇ ਤੇ ਆਖਿਆ ਵੀ ਸਾਹਮਣੇ ਧਰਮਸ਼ਾਲਾ ਹੈ, ਉਸ ਵਿੱਚ ਜਾ ਕੇ ਬੈਠੋ। ਦੂਜੇ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਧਰਮਸ਼ਾਲਾ 'ਚ ਬੈਠ ਕੇ ਉਪਦੇਸ਼ ਕਰਿਆ ਕਰਦੇ ਸਨ ਤਖਤ ਤੇ, ਉੱਥੇ ਜਾ ਕੇ ਇਹਨਾਂ ਨੇ ਜਾ ਕੇ ਪੁੱਛਿਆ। ਆਪ ਜੀ ਦੂਜੇ ਪਾਸੇ ਹੋ ਕੇ ਧਰਮਸ਼ਾਲਾ ਵਿੱਚ ਉੱਥੇ ਜਾ ਕੇ ਬੈਠ ਗਏ। ਇੱਧਰ ਸੰਗਤਾਂ ਕੁਝ ਉੱਤੇ ਰੁਕੀਆਂ ਹੋਈਆਂ ਸਨ। ਭਾਈ ਲਹਿਣਾ ਜੀ ਨੇ ਪੁੱਛਿਆ ਵੀ ਗੁਰੂ ਨਾਨਕ ਪਾਤਸ਼ਾਹ ਕਿੱਥੇ ਨੇ? ਵੀ ਕਹਿੰਦੇ ਉਹ ਸਾਹਮਣੇ ਵਿਰਾਜਮਾਨ ਨੇ। ਸਾਹਮਣੇ ਵੇਖਿਆ ਤੇ ਇਹ ਤੇ ਉਹੀ ਬਾਬਾ ਜੀ ਨੇ ਜਿਹੜੇ ਮੇਰੀ ਘੋੜੀ ਦੀ ਲਗਾਮ ਫੜ ਕੇ ਲੈ ਕੇ ਆਏ ਨੇ। ਮਨ ਬੜਾ ਸ਼ਰਮਸਾਰ ਹੋਇਆ, ਬੜੇ ਦੁਖੀ ਹੋਏ, ਧਾਹਾਂ ਮਾਰ ਕੇ ਕਹਿੰਦੇ ਰੋਣ ਲੱਗ ਪਏ ਵੀ ਸੱਚੇ ਪਾਤਸ਼ਾਹ ਵੀ ਮੈਂ ਤਾਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ। ਮਹਾਰਾਜ ਜੀ ਨੇ ਇਹਨਾਂ ਦੇ ਸ਼ਰਮਸਾਰ ਹੋਈ ਹਾਲਤ ਨੂੰ ਦੇਖ ਕੇ ਪੁੱਛਿਆ, ਤੂੰ ਕੌਣ ਹੈ? ਤੇਰਾ ਨਾਂ ਕੀ ਹੈ? ਤੂੰ ਕਿੱਥੋਂ ਆਇਆ? ਆਖਣ ਲੱਗੇ ਮੈਂ ਖੰਡੂਰ ਸਾਹਿਬ ਤੋਂ ਆਇਆ, ਮੇਰਾ ਨਾਮ ਲਹਿਣਾ ਹੈ। ਬਚਪਨ ਵਿੱਚ ਆਪ ਜੀ ਦੇ ਪਿਤਾ ਫੇਰੂਮਲ ਨੇ ਤੇ ਮਾਤਾ ਦਇਆ ਕੌਰ ਜੀ ਨੇ ਨਾਮ ਲਹਿਣਾ ਰੱਖਿਆ ਸੀ। ਲੈਣ ਦਾ ਅਰਥ ਹੀ ਇਹ ਸੀ ਵੀ ਕਦੀ ਕਿਸੇ ਤੋਂ ਤੈਨੂੰ ਲੈਣ ਦਾ ਮੌਕਾ ਨਾ ਮਿਲੇ, ਆਓ ਕਿ ਕਿਸੇ ਕੋਲੋਂ ਤੈਨੂੰ ਉਧਾਰ ਨਾ ਲੈਣਾ ਪਵੇ। ਤੂੰ ਹਮੇਸ਼ਾ ਲੈਣਾ ਬਣ ਕੇ ਰਵੇਂ, ਆਓ ਕਿ ਤੂੰ ਕਿਸੇ ਦਾ ਦੇਣਦਾਰ ਨਾ ਹੋਵੇਂ। ਤੂੰ ਲੈਣਾ ਹੋਵੇਂ ਪਰ ਦੇਣਦਾਰ ਨਾ ਹੋਵੇਂ, ਕਿਸੇ ਦਾ ਤੈਨੂੰ ਕਰਜ਼ ਨਾ ਚੁਕਾਉਣਾ ਪਵੇ। ਇਸ ਪ੍ਰਥਾਏ ਉਹਨਾਂ ਨੇ ਨਾਮ ਰੱਖਿਆ ਸੀ। ਕਹਿੰਦੇ ਲੈਣਦਾਰ ਜਿਹੜੇ ਨੇ ਨਾ ਉਹ ਘੋੜਿਆਂ ਤੋਂ ਚੜ੍ਹ ਕੇ ਆਉਂਦੇ ਨੇ। ਤੂੰ ਲੈਣਾ ਤੇ ਅਸੀਂ ਦੇਣਾ। ਪਿਆਰ ਵਾਲਿਓ, ਸੱਚ ਜਾਣਨਾ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਮੈਂ ਸੋਚਦਾ ਕਿ ਉਹ ਦਰਸ਼ਨ ਕਿਤਨੇ ਕਮਾਲ ਦਾ ਹੋਏਗਾ। ਕਿਉਂਕਿ ਬਾਣੀ ਨੇ ਜੋ ਵਚਨ ਲਿਖੇ ਨੇ ਨਾ, ਅੰਦਰ ਸੱਚਾ ਨਹੀਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸਿੱਖ ਦਾ ਤਨ ਮਨ ਨਿਹਾਲ ਹੁੰਦਾ ਜਦੋਂ ਸਿੱਖ ਗੁਰੂ ਨੂੰ ਵੇਖਦਾ ਹੈ। ਸੱਚ ਜਾਣਨਾ, ਸਿੱਖ ਨੇ ਅੱਜ ਗੁਰੂ ਦੇ ਦਰਸ਼ਨ ਕੀਤੇ ਨੇ। ਐਸਾ ਗੁਰੂ ਜਿਸ ਮਿਲੀਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਵਿਧਾ ਵਿਨਸ ਜਾਏ, ਹਰ ਪਰਮ ਪਦ ਲਈਐ। ਅੱਜ ਐਸੇ ਸਤਿਗੁਰ ਦੇ ਦੀਦਾਰ ਕੀਤੇ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਅੱਜ ਐਸੇ ਗੁਰੂ ਕੇ ਦਰਸ਼ਨ ਕੀਤੇ ਨੇ ਸਿੱਖ ਨੇ। ਭਾਈ ਲਹਿਣਾ ਜੀ ਨੇ ਦੇਖ ਕੇ ਹਿਰਦਾ ਗਦਗਦ ਹੋ ਗਿਆ।
ਉਹਨਾਂ ਦੀ ਹਲੇਮੀ, ਨਿਮਰਤਾ, ਸਹਿਜ, ਮਨ ਪਾਣੀ ਪਾਣੀ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਸੀ, ਲੈਣਿਆ ਜਿੱਥੇ ਤੂੰ ਸਾਨੂੰ ਘੋੜੀ ਦੀ ਲਗਾਮ ਫੜਾਈ ਹੈ, ਇਸ ਮਨ ਰੂਪੀ ਘੋੜੀ ਦੀ ਲਗਾਮ ਵੀ ਸਾਨੂੰ ਫੜਾ ਦੇ, ਮਨ ਵੀ ਸਾਡੇ ਹਵਾਲੇ ਕਰ ਦੇ। ਅੱਜ ਤਾਂ ਜਿਹੜੀ ਗੱਲ ਸੁਣੀ ਸੀ ਨਾ, ਗੁਰੂ ਸਾਹਿਬ ਜੀ ਦੇ ਬਚਨ ਸੁਣੇ ਸਨ, ਔਰ ਬਚਨਾਂ ਦੇ ਨਾਲ ਹੀ ਪਿਆਰ ਪੈ ਗਿਆ ਸੀ। ਸਿਆਂ ਉੱਪਲ ਦਾ ਜੀਵਨ ਵੇਖ ਕੇ ਆਤਮਿਕ ਸੁਖ ਪ੍ਰਾਪਤ ਹੋ ਗਿਆ ਸੀ। ਪਿਆਰ ਵਾਲਿਓ, ਸੱਚ ਜਾਣਨਾ ਅੱਜ ਐਸੀ ਖੇਡ ਬਣੀ ਜੀਵਨ ਦੇ ਅੰਦਰ ਕਿ ਅੱਜ ਅੱਗੇ ਜੋ ਯਾਤਰਾ ਤੇ ਜਾਣਾ ਸੀ ਨਾ ਵੈਸ਼ਨੋ ਦੇਵੀ, ਸਾਥੀਆਂ ਨੂੰ ਜਾ ਕੇ ਕਹਿ ਦਿੱਤਾ ਹੁਣ ਮੈਂ ਅੱਗੇ ਨਹੀਂ ਜਾਣਾ, ਮੇਰੀ ਯਾਤਰਾ ਪੂਰੀ ਹੋ ਗਈ। ਗੁਸਤਾਖੀ ਮਾਫ, ਅਸੀਂ ਤਾਂ ਮੱਥੇ ਟੇਕ ਫਿਰ ਜੋ ਕਬਰਾਂ ਨੂੰ ਵੀ ਜਾ ਕੇ ਮੱਥਾ ਟੇਕ ਦਿੰਦੇ, ਗੁਰਦੁਆਰੇ ਵੀ ਮੱਥਾ ਟੇਕਦੇ ਆ, ਗੁਰੂ ਨੂੰ ਵੀ ਨਤਮਸਤਕ ਹੁੰਦੇ ਆ। ਅਸੀਂ ਫਿਰ ਯਾਤਰਾਵਾਂ ਤੇ ਵੀ ਚਲੇ ਜਾਂਦੇ ਹਾਂ। ਕੋਈ ਲਾਟਾ ਵਾਲੀ ਮਾਈ ਦੇ ਜਾ ਰਿਹਾ, ਕੋਈ ਅੱਜ ਵੀ ਵੈਸ਼ਨੋ ਦੇਵੀ ਜਾ ਰਿਹਾ, ਸਿੱਖ ਅਖਵਾਉਣ ਵਾਲੇ। ਕੋਈ ਜਾ ਕੇ ਪੀਰਾਂ ਨੂੰ ਚਾਦਰਾ ਚਾੜ ਰਹੇ ਨੇ, ਕੋਈ ਜਾ ਕੇ ਸ਼ਨੀ ਮੰਦਰ ਵਾਲੀ ਲਾਈਨ 'ਚ ਖਲੋਤੇ ਹੋਏ ਨੇ। ਉਹ ਗੁਸਤਾਖੀ ਮਾਫ, ਅਸੀਂ ਕਿਸ ਪਾਸੇ ਤੁਰ ਪਏ। ਗੁਰੂ ਨਾਨਕ ਦੇ ਤੇ ਸਾਡਾ ਭਰੋਸਾ ਹੀ ਨਹੀਂ ਬਚਿਆ। ਭਾਈ ਲਹਿਣਾ ਜੀ ਨੇ ਅੱਜ ਦਰਸ਼ਨ ਕੀਤੇ, ਭਾਈ ਲਹਿਣਾ ਜੀ ਨੇ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸੇ, ਉਸ ਕਰਤਾਰੀ ਜੋਤ ਨੂੰ ਅੱਜ ਦੇਖਿਆ, ਉਸ ਦਾਤਾਰੀ ਜੋਤ ਨੂੰ ਵੇਖਿਆ, ਜਿਹੜੀ ਸਾਰਿਆਂ ਨੂੰ ਦਾਤਾਂ ਦੇਣ ਵਾਲੀ ਜੋਤ ਗੁਰੂ ਨਾਨਕ ਪਾਤਸ਼ਾਹ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ, ਬਾਣੀ ਸੁਣ ਕੇ, ਉਹਨਾਂ ਦੇ ਸਿੱਖਾਂ ਦੇ ਜੀਵਨ ਨੂੰ ਦੇਖ ਕੇ ਅੱਜ ਕਹਿਣ ਲੱਗੇ ਕਿ ਹੁਣ ਮੈਂ ਅੱਗੇ ਨਹੀਂ ਜਾਣਾ, ਤੁਸੀਂ ਅੱਗੇ ਚਲੇ ਜਾਓ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਜਥੇਦਾਰ ਹੋ। ਆਖਣ ਲੱਗਾ ਤੁਹਾਡੇ ਵਿੱਚੋਂ ਜਥੇਦਾਰ ਜਿਹੜਾ ਮਰਜ਼ੀ ਬਣ ਜਾਵੇ, ਮੈਂ ਜਥੇਦਾਰੀ ਛੱਡੀ, ਮੈਂ ਆਗੂਪਣਾ ਛੱਡਿਆ। ਅੱਜ ਸਾਡੀ ਕੌਮ ਨੂੰ ਤਾਂ ਐਸਾ ਕੀੜਾ ਲੱਗਿਆ, ਕਿਤੇ ਭਾਈ ਲਹਿਣਾ ਜੀ ਤੋਂ ਸਿੱਖ ਲੈਣ ਕਿ ਭਾਈ ਲਹਿਣਾ ਜੀ ਸਿੱਖ ਬਣਨਾ ਚਾਹੁੰਦੇ ਨੇ ਤੇ ਜਥੇਦਾਰੀ ਛੱਡਦੇ ਨੇ ਵੀ ਮੈਨੂੰ ਨਹੀਂ ਜਥੇਦਾਰੀ ਚਾਹੀਦੀ, ਮੈਂ ਤੁਹਾਡਾ ਆਗੂ ਨਹੀਂ ਬਣਨਾ, ਹੁਣ ਤੁਸੀਂ ਆਗੂ ਆਪਣੇ ਵਿੱਚੋਂ ਕੋਈ ਹੋਰ ਚੁਣ ਲਵੋ, ਮੈਂ ਹੁਣ ਅੱਗੇ ਨਹੀਂ ਜਾਣਾ। ਤੇ ਸਾਡੀ ਤਾਂ ਕੌਮ ਜਥੇਦਾਰੀ ਦੇ ਵਿੱਚ ਹੀ ਲੜੀ ਜਾਂਦੀ ਹੈ। ਲੰਗਰ ਦਾ ਜਥੇਦਾਰ ਬਣਾ ਦਿਓ, ਦੇਗ ਦਾ ਜਥੇਦਾਰ ਬਣਾ ਦਿਓ, ਕੋਈ ਜਥੇਦਾਰੀ ਤਾਂ ਦਿਓ। ਹੱਦ ਹੋ ਗਈ, ਕੌਮ ਨੂੰ ਪਤਾ ਨਹੀਂ ਕਿਹੜਾ ਕੀੜਾ ਲੜਿਆ ਹੋਇਆ, ਸਾਰੇ ਜਥੇਦਾਰ ਹੀ ਬਣਨਾ ਚਾਹੁੰਦੇ ਨੇ। ਸਿੱਖ ਕੋਈ ਬਣਨ ਵਾਸਤੇ ਰਾਜੀ ਨਹੀਂ, ਸੇਵਕ ਕੋਈ ਬਣਨ ਵਾਸਤੇ ਤਿਆਰ ਨਹੀਂ, ਸਾਰੇ ਜਥੇਦਾਰੀ ਚਾਹੀਦੀ ਸਾਰਿਆਂ ਨੂੰ। ਉਹ ਕਿਤੇ ਨਵਾਬ ਕਪੂਰ ਤੋਂ ਸਿੱਖ ਲਈਏ, ਕਿਤੇ ਭਾਈ ਲਹਿਣਾ ਜੀ ਤੋਂ ਸਿੱਖ ਲਈਏ, ਜਥੇਦਾਰੀ ਛੱਡ ਦਿੱਤੀ। ਕਿਤਨੇ ਬੰਦੇ ਉਹਨਾਂ ਦੇ ਅੰਡਰ 'ਚ ਕੰਮ ਕਰਦੇ ਸਨ, ਕਿਤਨੇ ਲੋਕ ਉਹਨਾਂ ਦੇ ਪਿੱਛੇ ਜੱਥੇ ਤੇ ਜਾਂਦੇ ਸਨ, ਜਿਨ੍ਹਾਂ ਦੀ ਉਹ ਅਗਵਾਈ ਕਰਦੇ ਸੀ। ਉਹ ਲੋਕ ਉਹਨਾਂ ਦੀ ਜੈ ਜੈਕਾਰ ਵੀ ਕਰਦੇ ਹੋਣਗੇ। ਆਪਣੀ ਜੈ ਜੈਕਾਰ ਨੂੰ ਠੋਕਰ ਮਾਰੀ, ਇਸ ਤਰ੍ਹਾਂ ਦੀ ਵਾਹ ਨੂੰ ਠੋਕਰ ਮਾਰ ਦਿੱਤੀ, ਐਸੀ ਜਥੇਦਾਰੀ ਨੂੰ ਠੋਕਰ ਮਾਰ ਦਿੱਤੀ। ਤੇ ਅੱਜ ਤਾਂ ਸਾਡੀ ਸਾਰੀ ਕੌਮ ਨਾ ਇਸ ਪਾਸੇ ਤੁਰੀ ਹੋਈ ਹੈ। ਤੁਸੀਂ ਵੇਖੋ ਕਿ ਹਰ ਇੱਕ ਬੰਦਾ ਜੋੜਾ ਘਰ ਦੇ ਵਿੱਚ ਅਸੀਂ ਜਥੇਦਾਰੀ ਭਾਲ ਰਹੇ ਹਾਂ। ਗੁਸਤਾਖੀ ਮਾਫ, ਅਸੀਂ ਲੰਗਰਾਂ ਵਿੱਚ ਅੱਜ ਜਥੇਦਾਰੀ ਭਾਲ, ਸਾਨੂੰ ਜਥੇਦਾਰ ਬਣਾ ਦਿਓ। ਅੱਜ ਗੁਰੂ ਘਰ ਦੇ ਵਿੱਚ ਨਗਰ ਕੀਰਤਾਂ ਵਿੱਚ ਅਸੀਂ ਜਥੇਦਾਰੀਆਂ ਭਾਲ ਰਹੇ ਹਾਂ, ਗੁਰਦੁਆਰਿਆਂ ਵਿੱਚ ਅਜੇ ਪ੍ਰਧਾਨੀਆਂ ਲੱਭਦੇ ਫਿਰਦੇ ਹਾਂ। ਸਾਡਾ ਜੀਵਨ ਕਿੱਥੇ ਗਰਕ ਗਿਆ। ਕਿਤੇ ਭਾਈ ਲਹਿਣਾ ਜੀ ਤੋਂ ਸਿੱਖੀਏ ਵੀ ਸਿੱਖ ਬਣਨਾ ਤੇ ਉਸ ਜਥੇਦਾਰੀ ਨੂੰ ਛੱਡ ਦਿੱਤਾ। ਅਸੀਂ ਸਿੱਖ ਨਹੀਂ, ਅਸੀਂ ਗੁਰਦੁਆਰੇ ਦੇ ਮਾਲਕ ਬਣਨਾ ਚਾਹੁੰਦੇ ਹਾਂ। ਉਹ ਮਾਲਕ ਗੁਰੂ ਨਾਨਕ ਨੂੰ ਰਹਿਣ ਦਿਓ, ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਹਿਣ ਦਿਓ। ਆਪਾਂ ਕਿਤੇ ਸੇਵਕ ਹੀ ਬਣ ਜਾਈਏ। ਮੈਂ ਕਹਿੰਦਾ ਅਸੀਂ ਤਾਂ ਭਾਈ ਲਹਿਣਾ ਜੀ ਵਰਗੇ ਸੇਵਕ ਵੀ ਨਹੀਂ ਕਦੀ ਬਣ ਸਕਦੇ। ਅਸੀਂ ਜਥੇਦਾਰ ਤੇ ਕੀ ਬਣਨਾ, ਅਸੀਂ ਜੋ ਸਿੱਖ ਤੇ ਕੀ ਬਣਨਾ, ਜੇ ਅਜੇ ਅਸੀਂ ਉਸ ਪਾਸੇ ਤੁਰੇ ਵੀ ਕੋਈ ਨਹੀਂ। ਖੈਰ, ਉਹਨਾਂ ਨੇ ਜਥੇਦਾਰੀ ਛੱਡ ਗੁਰੂ ਚਰਨਾਂ 'ਚ ਕੁਛ ਦਿਨ ਰਹੇ। ਉਸ ਤੋਂ ਬਾਅਦ ਆਪ ਜੀ ਨੇ ਇਜਾਜ਼ਤ ਮੰਗੀ ਤੇ ਆਪਣੇ ਨਗਰ ਖੰਡੂਰ ਸਾਹਿਬ ਚਲੇ ਗਏ। ਮਾਤਾ ਖੀਵੀ ਨੂੰ ਜਾ ਕੇ ਗੱਲਬਾਤ ਕੀਤੀ, ਜੋ ਆਪ ਜੀ ਦੇ, ਤੇ ਉੱਥੇ ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ, ਜੀਵਨ ਦੀ ਜਾਚ ਪ੍ਰਾਪਤ ਹੋਈ ਹੈ। ਤੇ ਮੈਂ ਉੱਥੇ ਜਾ ਕੇ ਕੁਝ ਸਮਾਂ ਉਹਨਾਂ ਦੀ ਸੰਗਤ ਕਰਕੇ ਜੀਵਨ ਕਮਾਉਣਾ। ਤੇ ਭਗਵਾਨੇ ਹੁਣ ਇਹ ਤੇਰੀ ਡਿਊਟੀ ਹੈ। ਕਿਹੜੀ? ਕਿ ਇਹ ਬੱਚਿਆਂ ਨੂੰ ਨਾਲ ਕੰਮ ਕਰਨਾ, ਨਾਲ ਦੁਕਾਨਦਾਰੀ ਦੇਖਣੀ ਹੈ ਤੇ ਇਹਨਾਂ ਬੱਚਿਆਂ ਨੂੰ ਸੰਭਾਲਣਾ। ਬਾਬਾ ਦਾਤੂ ਜੀ ਤੇ ਦਾਸੂ ਜੀ ਵੀ ਥੋੜ੍ਹੇ ਵੱਡੇ ਹੋ ਗਏ ਸਨ। ਬੀਬੀ ਅਮਰੋ ਤੇ ਬੀਬੀ ਅਨੋਖੀ ਜੀ ਇਹ ਵੀ ਸਮਝਦਾਰ ਹੋ ਗਏ ਸਨ। ਦੁਕਾਨਦਾਰੀ ਵੀ ਸੰਭਾਲੀ ਮਾਤਾ ਖੀਵੀ ਜੀ ਨੇ, ਘਰ-ਬਾਰ ਵੀ ਸੰਭਾਲਾ, ਬੱਚੇ ਵੀ ਸੰਭਾਲੇ। ਤੇ ਆਪ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਵਿੱਚ ਚਲੇ ਗਏ। 1532 ਤੋਂ ਲੈ ਕੇ 1539 ਤੱਕ ਆਪ ਜੀ ਸੰਗਤ ਕਰਦੇ ਰਹੇ। ਸਤ ਸੰਗਤ, ਇਹਨਾਂ ਸਾਲਾਂ ਦੇ ਅੰਦਰ ਆਪ ਜੀ ਨੇ
हर परीक्षा विचों पास होए। उस वेले दी वरण वंड विचों आप 63 कुल विचों ने, 63 खत्तरी ने आप। पर आप जी जदों दूजी वार जाते ने, गुरु नानक पातशाह ने पूछा माता सुलखणी जी कोलों कित्थे ने, कहंदे खेतां विच। आप जी सीधे खेतां चले जाते ने। मैं एक होर बेनती करा, सिख जिहड़ा है वो गुरु के दर्शनां वास्ते आउंदा है। एक होर अज पते की गल मेरे मन विच आई तो मैं तुहानूं कह देवां, जे गुरु नानक पातशाह खेतां विच ने ते भाई लैणा खेतां चले जाते हैं, धर्मशाला नूं मत्था नहीं टेकते। तो असी तो जे शाम नूं सुखासन हो जाए ना, तो मैं कई सिख देखे ने वो सुखासन वाले स्थान में मत्था टेकी जाते हैं, जिथे महाराज का प्रकाश है उस पीढ़ी में मत्था टेकी जाने। वो गुरु ग्रंथ साहब सचखंड चले गए, मत्था ही टेकना सचखंड के अगे जाके टेको, भी जिथे गुरु है सिख ने उत्थे गुरु नूं जाके मिलना है ना। ये मैं बेनती आप जी नूं करनी है भी जदों गुरु साहब अपने तखत स्थान तो सचखंड चले गए ने, तो उत्थे जाके असीं मत्था टेकीए। तो जे गुरु साहब खेतां विच ने तो खेतां विच चले गए, जे गुरु साहब मान लो अज पंडाल दे विच प्रकाश है तो उत्थे जाके सिख मत्था टेक दवे, क्योंकि सिख दा वास्ता गुरु दे नाल है। उत्थे गुरु साहब जी नदीन कढ़ रहे सन जीरी विचों। आप एक दुकानदार ठहरे, आप जी नूं कोई उस चीज़ की समझ नहीं सी, इस करके आप जी भी नदीन कढ़न वास्ते गए। नदीन ते जीरी नाल जीरी पुड़ते गए, नदीन छड़ते चले गए। महाराज गुरु नानक पातशाह कहते एक ही करना है, ओ गुण छड्डी जाना है, गुण कढ़ी जाना है। आओ नदीन जिहड़ा है वो विचों छड्डी जाना है, ते जिहड़ा जीरी लाई है वो कढ़ी जाना है। काम कर तेरे कोलों ये नहीं होना, ये भरी है पंड है। ये नदीन जिहड़ा कढ़िया ना, ये डंगरां नूं जाके पाना है, ते ये भरी चक ते घर नूं लैके चल। हुण ये जिहड़ा काम सी, हुण ये काम उस वेले दे अछूत जात दा मन्निया जांदा सी। प्यार वाले सच जानना, आप जी ने जात दा गुमान, दुकानदारी दा गुमान, आप जी ने रेशमी पट पाए सन, इतिहासकार लिखते ने। आप जी ने सारा कुछ छड़ दिता, ते आप जी उत्थे फिर प्यार वाले सच जानना, आप जी ने वो पंड चक्की, घर दे विच आ गए। सुलखणी जी ने वेख्या सारे कपड़े लिवड़ गए गार दे नाल, क्योंकि उहदे विचों गार चो रही सी। इस तरीके दे नाल वो पंड लैके आए अते घर सिट दिती। गुरु नानक पातशाह नूं माता सुलखणी ने आख्या भी भाई लैणा दे कपड़े बड़े कीमती सन, तुसीं इहदा ख्याल ते करना सी। सारे लिबड़ गए ने। गुरु नानक पातशाह ने हस के कहा, भागवाने तैनूं ये गार लगती है, पर मेरे मुताबिक तो ये केसर दे छिट्टे ने। इस तरह भाई लैणा जी ने इत्थों शुरुआत की। फिर इतनी साखियां, ये अद्धी रात नूं कपड़े धो के लैके आ, कोई आना कानी नहीं। कदी आख्या भी रात नूं बरसात हो रही, कंध घिर रही है तो कंध बना दे, कंध बनानी शुरू कर दी। बहुत सारिया साखियां। टोए दे विच कोला डिग गया, भी ये टोए विचों कोला कढ़, वो भी कढ़ दिता। मुर्दा खान की गल आउंदी है, महाराज किस पासों खावां। एक नहीं बेअंत परीक्षावां गुरु नानक पातशाह ने लईआं, सारियां दे विच। और परीक्षा इस करके लईआं सन ताकि पुत्रा की भी परीक्षा लै जा सकन, ते नाल जिहड़े सिख रहिंदे ने उन्हां नूं भी परखिया जा सके। हर एक परख दे विच इत्थे तक कि कहंदे ने धानक रूप गुरु साहब ने बनाया। पिछे कुछ कुत्ते गुरु साहब जी ने अपने पिछे ला ले जा रहे ने, ते सिख पिछे पिछे ने गुरु नानक पातशाह जी दे। ते गुरु साहब ने पहला पत्थर मारे। शुरू दे विच कहंदे आप जी कोल पैसे सन, पैसों की बारिश कर दी, ते जिहड़े लालची सन वो पैसे लैके वापस आ गए। मैं कई बार सोचदा जे किते साडे वर्गे सिखां की हालत है कि गुरुद्वारे ते पैसे मिलते, केवल पैसे लैके वापस चल जाना, ज्ञान तो असीं इत्थों लैना ही नहीं। गुरु कोल तो असीं बैठण वास्ते। पत्थर मारे, कई पत्थर खा के वापस आ गए। इस तरह जो गुरु साहब दौड़ते रहे, सारे हौली हौली करके वापस आ गए। भाई लैणा जी पिछे पिछे जाते रहे। गुरु नानक पातशाह रुक गए, जो वापस बाकी आ गए ना, भाई लैणे नूं कहा, तू पिछा नहीं छड़दा, तू क्यों नहीं गया, सारे चले गए ने। दबका के मारिया भी तू क्यों नहीं गया, बाकी दे सारे चले गए सन। प्यार वालों सच जानना,
ਭਾਈ ਲਹਿਣਾ ਜੀ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਮੈਂ ਕਿੱਥੇ ਜਾਵਾਂ। ਜਿਨ੍ਹਾਂ ਦੇ ਟਿਕਾਣੇ ਸੀ ਉਹ ਆਪਣੇ ਟਿਕਾਣਿਆਂ ਵਿੱਚ ਚਲੇ ਗਏ ਨੇ, ਜਿਨ੍ਹਾਂ ਦੇ ਘਰ ਸੀ ਉਹ ਆਪਣੇ ਘਰਾਂ ਵਿੱਚ ਚਲੇ ਗਏ ਨੇ, ਮੇਰਾ ਤਾਂ ਕੋਈ ਟਿਕਾਣਾ ਹੀ ਨਹੀਂ ਹੈ, ਮੈਂ ਕਿੱਥੇ ਜਾਵਾਂ। ਬਸ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਕਹਿੰਦੇ ਉਹ ਟਿਕਾਣਾ ਹੀ ਮੈਂ ਲੱਭ ਰਿਹਾ ਸੀ। ਜੇ ਤੇਰਾ ਕੋਈ ਟਿਕਾਣਾ ਨਹੀਂ ਤੇ ਮੇਰਾ ਵੀ ਕੋਈ ਟਿਕਾਣਾ ਨਹੀਂ, ਅੱਜ ਤੋਂ ਬਾਅਦ ਮੇਰਾ ਟਿਕਾਣਾ ਤੂੰ ਹੋਵੇਂਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ 1539 ਵਿੱਚ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰਗੱਦੀ ਸੌਂਪੀ ਹੈ। ਅੱਜ ਉਹ ਗੁਰੂ ਨਾਨਕ, ਕਿਤੇ ਵਿਚਾਰ ਕਰੋ ਜੀਵਨ ਦੇ ਅੰਦਰ, ਗੁਰੂ ਨਾਨਕ ਜੋਗੀਆਂ ਅੱਗੇ ਨਾ ਝੁਕੇ, ਗੁਰੂ ਨਾਨਕ ਵੱਡੇ ਵੱਡੇ ਬ੍ਰਾਹਮਣਾਂ ਅੱਗੇ ਨਹੀਂ ਝੁਕੇ, ਗੁਰੂ ਨਾਨਕ ਬਾਬਰ ਦੇ ਅੱਗੇ ਨਹੀਂ ਝੁਕੇ, ਗੁਰੂ ਨਾਨਕ ਵੱਡੇ ਵੱਡੇ ਮੁੱਲੇ ਮੁਲਾਣਿਆਂ ਦੇ ਅੱਗੇ ਨਹੀਂ ਝੁਕੇ, ਗੁਰੂ ਨਾਨਕ ਪਾਤਸ਼ਾਹ ਮੱਕੇ ਵਿੱਚ ਜਾ ਕੇ ਨਾ ਝੁਕੇ। ਅੱਜ ਗੁਰੂ ਨਾਨਕ ਪਾਤਸ਼ਾਹ ਝੁਕ ਗਏ ਨੇ, ਕਿਸ ਦੇ ਅੱਗੇ? ਭਾਈ ਲਹਿਣਾ ਜੀ ਦੇ ਅੱਗੇ ਮੱਥਾ ਟੇਕ ਦਿੱਤਾ। ਸਾਰੇ ਬੜੇ ਹੈਰਾਨ ਨੇ। ਉਲਟੀ ਗੰਗ ਬਾਹਿਓਣ ਦੁਨੀਆਈ ਆਖੇ ਕਿ ਕਿਉਂ, ਇਹ ਗੁਰੂ ਨਾਨਕ ਨੇ ਕੀ ਕਰ ਦਿੱਤਾ? ਜਿਹੜਾ ਗੁਰੂ ਨਾਨਕ ਅੱਜ ਤੱਕ ਕਿਤੇ ਝੁਕਿਆ ਹੀ ਨਹੀਂ ਸੀ, ਗੁਰੂ ਨਾਨਕ ਨੇ ਕਿਸੇ ਦੇ ਅੱਗੇ ਹਾਰ ਨਹੀਂ ਸੀ ਮੰਨੀ, ਅੱਜ ਕੀ ਹੋ ਗਿਆ ਗੁਰੂ ਨਾਨਕ ਨੂੰ? ਆਪਣੇ ਸੇਵਕ ਦੇ ਅੱਗੇ ਸਿਰ ਰੱਖ ਦਿੱਤਾ। ਸਿਰ ਹੀ ਨਹੀਂ ਰੱਖਿਆ। ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦੀ ਪੋਥੀ ਵੀ ਸੌਂਪ ਦਿੱਤੀ, ਆਪ ਸਿਰ ਰੱਖ ਮੱਥਾ ਟੇਕ, ਲਹਿਣੇ ਕੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ओहा जुगत साएं सहकाया फिर पलटी है। अज अपना आप गुरु अंगद देव जी पिता महाराज विच रख दिता, भाई लहणा विच रख के कहा सी कि अज तू अंगद बन गया। गुरु नानक पातशाह जी ने जोत टिकाई, आप मत्था टेकिया, सारे सिखां नूं आख्या मत्था टेको, सारियां ने मत्था टेकिया। पर आप जी दे पुत्रां ने इस गल दा इतराज किया भी गद्दी ते सानूं मिलनी चाहिए सी, क्योंकि इस वेले तक तो गुरु नानक पातशाह जी की वाह चारे पासे हो चुकी सी। गुरु नानक पातशाह जी के 3 करोड़ लोग गुरु नानक नूं मनण वाले बन चुके सन। 3 करोड़ दुनिया थोड़ी नहीं होंदी। जिथे तक बाबा नानक जी गए और गुरु नानक पातशाह जी जिथे जाके प्रचार किया, वो गुरु नानक पातशाह नूं मनण वाले हो गए सन। ये गल वखरी है कि असीं उस गुरु नानक दे पैगाम जो लोगों तक गुरु बाबा जी ने पहुँचाया सी, असीं उसनूं कायम ना रख सके। 6 करोड़ आबादी सी भारत की जो गुरु नानक पातशाह जी इत्थे आए सन, और 3 करोड़ गुरु नानक पातशाह दे सिख सन। जो 70 साल की उम्र हटा के गुरु नानक पातशाह संसार तो ज्योति जोत समाए। 3 करोड़ सारे पासे गुरु नानक का झंडा लहरा रहा सी। बड़े बड़े जोगी मुल्ले मुलाने गुरु नानक नूं अर्पण हो चुके सन। इतनी बड़ी पैगंबरी जोत, इतनी महानता दे मालक अज गुरु नानक पातशाह भाई लैणा जी दे अगे झुके, ते आप जी 4 दिन संसार विच रह के और दसंबर दे महीने विच 1539 नूं आप ज्योति जोत समा गए। ते आप जी ने कहा कि तुसी जाके खंडूर साहब नगर वसाओ। गुरु नानक पातशाह नूं पता सी भी हुण पुत्रां ने विरोधता करनी है। ये गल वखरी कि पुत्र किसी इम्तिहान च पास नहीं हो सके, पेपर बड़े पाए पर सारियां च फेल हो गए, क्योंकि इन्हां नूं ये सी भी साडा पिता गुरु नानक है। सिख नूं कदी इस भुलेखे च नहीं रहना चाहिए साडा पिता कौन है। किस पदवी ते बैठा, वो जथेदार है, वो है कि उसनूं पदवी किहड़ी मिली है। ये अहंकार सानूं त्याग देना चाहिए। पर उन्होंने यह सी भी साडा पिता गुरु नानक है। असीं गुरु नानक दे पुत्तर हैं। गुरु नानक वर्गा पीर जिसनों कि जोगियां ने कहा भी धन नानक तेरी वड्डी कमाई, भी तेरी कमाई वड्डी है। जेड़े जोगी लोग सोचते सन कि सिद्धि मने विचारिया कि मैं दर्शन लेवै ए बाला, ऐसा जोगी कली मैं हमरे पंथ करे उजाला। जेड़े जोगी कहते सन भी साडा किते जोगी बन जाए गुरु नानक, साडा पंथ तां सारी दुनिया च जय जयकार हो जानी। प्यार वालों सच जानना, गुरु नानक पातशाह ने कहा जाओ खंडूर साहब चले जाओ। आप जी करतारपुर साहब छड़ के उस रूहानी धरती नूं मैं बेनती करा, करतारपुर साहब वो धरती है जिस दी मिट्टी नूं भी छो लईए ते वो भी जो सोना बना सकती है, सिख दे जीवन नूं बदल सकती। जे उत्थे किते साडा मत्था टिक जाए ना उस धरती नूं श्रद्धा दे नाल, ते मैं गारंटी नाल कह सकदा कि सुते हुए भाग लोकां दे अज भी जगांदी वो धरती। उचारण करो सतनाम। उस धरती विच वो तासीर है। मेरा गुरु नानक 18 साल उस धरती ते विचरे है, करतारपुर साहब दी धरती। भागा वालियो 1539 विच गुरु पद मिलिया। आप जी 6 महीने वास्ते एकांतवास हो गए।
ਜਿਹੜੀ ਆਪ ਜੀ ਦੀ ਭੂਆ ਲੱਗਦੀ ਸੀ, ਚੌਧਰੀ ਤਖਤਮਲ ਦੀ ਪੁੱਤਰੀ ਸੀ, ਉਸ ਦੇ ਘਰ ਜਾ ਕੇ ਆਪ ਜੀ 6 ਮਹੀਨੇ ਉਹਦੇ ਘਰ ਵਿੱਚ ਬੈਠੇ ਰਹੇ। ਸੰਗਤਾਂ ਦੂਰੋਂ ਦੂਰੋਂ ਆਉਣ ਲੱਗੀਆਂ ਵੀ ਅਸੀਂ ਗੁਰੂ ਜੋਤ ਦੇ ਦਰਸ਼ਨ ਕਰਨੇ ਨੇ। ਕਹਿੰਦੇ ਉਹ ਤਾਂ ਖੰਡੂਰ ਸਾਹਿਬ ਦੇ ਵਿੱਚ ਨੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਵਿਚਰ ਰਹੇ ਸਨ ਕਰਤਾਰਪੁਰ ਸਾਹਿਬ ਦੇ ਵਿੱਚ। ਕਰਤਾਰਪੁਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਸੰਗਤਾਂ ਨੂੰ ਲੈ ਕੇ ਖੰਡੂਰ ਸਾਹਿਬ ਪਹੁੰਚੇ ਤੇ ਉੱਥੇ ਜਾ ਕੇ ਲੱਭਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਕਿਸੇ ਨੂੰ ਐਡਰੈਸ ਨਹੀਂ ਦੱਸਿਆ। ਜਿਸ ਘਰ ਵਿੱਚ ਆਪ ਰਹਿੰਦੇ ਸੀ ਉੱਥੇ ਮਿਲੇ ਨਹੀਂ, ਕਿਉਂਕਿ ਪਤਾ ਸੀ ਉੱਥੇ ਸੰਗਤਾਂ ਨੇ ਲੱਭਣਾ ਨਾ ਸਹਿਜ ਸੁਭਾਅ। ਆਪ ਜੀ ਨੂੰ ਲੱਭਣ ਦਾ ਯਤਨ ਕੀਤਾ ਤੇ ਆਪ ਜੀ ਮਾਤਾ ਭਰਾਈ ਦੇ ਘਰ, ਜੋ ਆਪ ਜੀ ਦੇ ਰਿਸ਼ਤੇ 'ਚ ਭੂਆ ਜੀ ਨੂੰ ਮੰਨਦੇ ਸਨ, ਆਪ ਉਹਨਾਂ ਦੇ ਘਰ 'ਚ ਠਹਿਰੇ ਹੋਏ ਸਨ, ਉੱਥੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ। ਇਹ ਸੰਗਤਾਂ ਵਿਆਕੁਲ ਨੇ, ਆਪ ਜੀ ਇਹਨਾਂ ਨੂੰ ਦਰਸ਼ਨ ਦਿਓ। ਗੁਰੂ ਸਾਹਿਬ ਜੀ ਨੇ ਖੰਡੂਰ ਸਾਹਿਬ ਦੇ ਵਿੱਚ ਨਗਰ ਵਸਾ ਕੇ, ਹੋਰ ਵੱਡਾ ਨਗਰ ਬਣਾ ਕੇ, ਇੱਥੇ ਧਰਮਸ਼ਾਲਾ ਬਣਾ ਕੇ ਆਪ ਜੀ ਨੇ ਗੁਰੂ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ। ਇਹ ਉਹ ਨਗਰ ਹੈ ਜਿੱਥੇ ਕਿ ਭਾਈ ਲਹਿਣਾ ਜੀ ਗੁਰੂ ਅੰਗਦ ਬਣ ਕੇ ਖੰਡੂਰ ਸਾਹਿਬ ਦੇ ਵਿੱਚ ਜੋਤ ਜਗਾਈ। ਕਰਤਾਰਪੁਰ ਨੂੰ ਛੱਡ ਕੇ ਔਰ ਖੰਡੂਰ ਸਾਹਿਬ ਦੇ ਅੰਦਰ ਆਪ ਜੀ ਨੇ ਜੋਤ ਜਗਾਈ ਗੁਰੂ ਨਾਨਕ ਦੀ। ਖੰਡੂਰ ਸਾਹਿਬ ਜੀ ਦੀ ਉਹ ਪਾਵਨ ਧਰਤੀ ਜਿੱਥੇ ਗੁਰੂ ਸਾਹਿਬ ਜੀ ਨੇ ਧਰਮਸ਼ਾਲਾ ਬਣਵਾਈ, ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਰੋਸਾਏ ਸਿਧਾਂਤ ਨੂੰ ਸੰਭਾਲਿਆ। ਗੁਰੂ ਅੰਗਦ ਦੇਵ ਜੀ ਪਿਤਾ ਨੇ ਗੁਰਸਿੱਖੋ ਬਹੁਤ ਵੱਡੇ ਕਾਰਜ ਕੀਤੇ। ਗੁਰਮੁਖੀ ਲਿਪੀ ਇਸ ਨੂੰ ਸੰਭਾਲਿਆ ਮਹਾਰਾਜ ਨੇ, ਇਸ ਨੂੰ ਇੱਕ ਸਹੀ ਆਧਾਰ ਦਿੱਤਾ। ਗੁਰਮੁਖੀ ਲਿਪੀ ਪਹਿਲਾਂ ਤੋਂ ਚਲਦੀ ਆ ਰਹੀ ਹੈ, ਇਹ ਵਿਚਾਰਨ ਵਾਲੀ ਗੱਲ ਹੈ, ਕਿਉਂਕਿ ਬਾਬਾ ਫਰੀਦ ਜੀ ਦੀ ਜਿਹੜੀ ਬਾਣੀ ਹੈ ਉਹ 1373 ਦੇ ਵਿੱਚ ਬਾਬਾ ਫਰੀਦ ਸਾਹਿਬ ਆਏ, 1173 ਦੇ ਅੰਦਰ। ਐਸਾ ਮਤਲਬ ਪੁਰਾਣੀ ਭਾਸ਼ਾ ਹੈ ਪੰਜਾਬੀ, ਪੁਰਾਤਨ ਲਿਪੀ ਚਲਦੀ ਆ ਰਹੀ ਸੀ, ਪਰ ਇੱਕ ਉਸ ਨੂੰ ਆਧਾਰ ਦਿੱਤਾ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਨੇ। ਕਿਉਂਕਿ ਗੁਰਮੁਖੀ ਲਿਪੀ ਜਿਹੜੀ ਹੈਗੀ ਉਸ ਨੂੰ ਜੇ ਆਪਾਂ ਉਚਾਰਨ ਪੱਖੋਂ ਵੇਖਾਂਗੇ, ਜਿਹੜੇ ਲੋਕ ਇਸ ਦੇ ਜਾਣੂ ਹਨ, ਜਿਹੜੇ ਵਿਆਕਰਨ ਦੇ ਜਾਣੂ ਹੁੰਦੇ ਹਨ, ਉਹਨਾਂ ਨੂੰ ਪਤਾ ਹੁੰਦਾ ਕਿ ਲਿਪੀ ਕਿਸ ਆਧਾਰ ਨਾਲ ਉਚਾਰਨ ਕੀਤੀ ਹੈ, ਕਿਉਂਕਿ ਇੱਕ ਇੱਕ ਲਾਈਨ ਦੇ ਵਿੱਚ ਉਹ ਆਧਾਰ ਸਾਰਾ ਇਹਦੇ ਵਿੱਚ ਆ ਰਿਹਾ ਹੈ। ਕਿਹੜੇ ਅੱਖਰ ਜਿਹੜੇ ਨੇ ਤਾਲਵੇ ਨਾਲ, ਜੀਵ ਨਾਲ ਲਗਾਨ ਲਾਣ ਹੁੰਦੇ ਨੇ, ਕਿਹਦੇ ਅੱਖਰ ਜੀਵ ਮੋੜਨ ਨਾਲ ਉਚਾਰਨ ਹੁੰਦੇ ਨੇ। ਇਹ ਗੁਰਮੁਖੀ ਲਿਪੀ ਦੇ ਜਿਹੜੇ ਲੋਕ ਜਾਣੂ ਨੇ, ਜਿਹੜੇ ਭਾਸ਼ਾਵਾਂ ਦੇ ਜਾਣੂ ਨੇ, ਉਹ ਗੱਲ ਨੂੰ ਜਾਣਦੇ ਨੇ, ਪਕੜਦੇ ਨੇ ਕਿ ਹਰ ਇੱਕ ਅੱਖਰ ਦੇ ਲਾਈਨ ਨੂੰ ਉਚਾਰਨ ਕਰਨ ਵਾਸਤੇ ਜੀਵ ਦੀ ਇੱਕ ਖਾਸ ਕੰਡੀਸ਼ਨ ਹੁੰਦੀ ਹੈ, ਜਦੋਂ ਕਿ ਉਹ ਅੱਖਰ ਉਚਾਰਨ ਹੁੰਦਾ ਹੈ। ਗੁਰੂ ਸਾਹਿਬ ਨੇ ਇੱਕ ਲੈਅ ਦੇ ਵਿੱਚ ਉਸ ਲਿਪੀ ਨੂੰ 35 ਅੱਖਰੀ ਤਿਆਰ ਕੀਤੀ ਔਰ ਉਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਸੀ, ਸਾਖੀਆਂ ਸਨ, ਉਹ ਲਿਖਵਾਈਆਂ, ਤਾਂ ਕਿ ਪੈੜੇ ਮੋਖੇ ਨਾਮ ਦੇ ਸਿੱਖ ਤੇ ਗੁਰਮੁਖੀ ਲਿਪੀ ਤਿਆਰ ਕਰਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਉਹ ਸਭ ਕੁਝ ਆਪ ਜੀ ਨੇ ਗੁਰਮੁਖੀ ਲਿਪੀ ਵਿੱਚ ਲਿਖਵਾਇਆ। ਇਹ ਬਹੁਤ ਵੱਡਾ ਕਾਰਜ ਸੀ। ਫਿਰ ਬੱਚਿਆਂ ਨੂੰ ਵਿਦਿਆ ਦਿੱਤੀ ਆਪ ਜੀ ਨੇ, ਇਹ ਬਹੁਤ ਵੱਡਾ ਕਾਰਜ ਸੀ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਨੇ। ਉਹਨਾਂ ਦਿਨਾਂ ਦੇ ਵਿੱਚ ਹੀ ਆਪ ਜੀ ਦੇ ਕੋਲ ਬਾਬਾ ਅਮਰਦਾਸ ਜੀ ਆਏ, ਉਹਨਾਂ ਨੇ ਆਪ ਜੀ ਦੀ ਸੰਗਤ ਕੀਤੀ। ਆਪ ਜੀ ਲਗਾਤਾਰ ਆਪਣੀ ਬਾਣੀ ਦੇ ਰਾਹੀਂ ਲੋਕਾਂ ਦੇ ਜੀਵਨ ਨੂੰ ਚੇਂਜ ਕਰਦੇ ਚਲੇ ਗਏ। ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਬਾਣੀ ਦੇ ਖਜ਼ਾਨੇ ਵਿੱਚੋਂ 63 ਸ਼ਲੋਕ ਉਚਾਰਨ ਕਰਕੇ ਜੀਵਨ ਦਾ ਇੱਕ ਸਹੀ ਆਧਾਰ ਬਣਿਆ ਕਿ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਹਰ ਇੱਕ ਸਿੱਖ ਨੂੰ ਜੀਵਨ ਜੀਉਣ ਦੀ ਤਰੀਕਾ ਦੱਸਿਆ। ਉਹ ਜਿਹੜੇ ਸਿੱਖ ਆ ਕੇ ਸਲਾਮਾਂ ਕਰਦੇ ਸਨ, ਗੁਰੂ ਨੂੰ ਮਹਾਰਾਜ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਤਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਤੁਸੀਂ ਆ ਕੇ ਨਮਸਕਾਰ ਵੀ ਕਰਦੇ ਹੋ ਤੇ ਗੁਰੂ ਜੇ ਕੋਈ ਹੁਕਮ ਕਰੇ ਤੁਹਾਨੂੰ ਮੰਨਦੇ ਵੀ ਕੋਈ ਨਹੀਂ, ਤੇ ਨਾਲ ਤੁਸੀਂ ਜਵਾਬ ਦੇ ਦਿੱਤਾ। ਗੁਰੂ ਸਾਹਿਬ ਜੀ ਨੇ ਇਹ ਤਰੀਕਾ ਵਰਤਿਆ ਔਰ ਦੱਸਿਆ ਕਿ ਤੁਹਾਡਾ ਜੀਵਨ ਜੇ ਕਿਤੇ ਰੁਸ ਨਾ ਸਕਦਾ ਹੈ ਤੇ ਜੇ ਸੋ ਚੰਦਾ ਉਗਮੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੋਰ ਹਨੇਰਾ। ਚਾਕਰੀ ਕਰਨ ਦਾ ਤਰੀਕਾ ਦੱਸਿਆ ਮਹਾਰਾਜ ਨੇ, ਕਿਉਂਕਿ ਚਾਕਰ ਲੱਗੇ ਚਾਕਰੀ ਨਾਲੇ ਗਰਭਬਾਦ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਲ ਅਹੰਕਾਰ ਦੀਆਂ ਗੱਲਾਂ ਕਰਨੀਆਂ, ਨਾਲ ਸੇਵਾ ਕਰੀ ਜਾਣੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚਾਕਰੀ ਨਹੀਂ ਹੁੰਦੀ। ਗੁਰੂ ਅੰਗਦ ਦੇਵ ਜੀ ਦਾ ਜੀਵਨ ਦੇਖੋ, ਪੂਰਾ ਜੀਵਨ ਰਜਾ ਹੁਕਮ ਰਜਾ ਵਿੱਚ ਹੈ, ਪਰਮਾਤਮਾ ਦੇ ਭਾਣੇ ਵਿੱਚ ਹੈ। ਮੈਂ ਕਹਿੰਦਾ ਰੱਬ ਦੀ ਰਜਾ ਨੂੰ, ਪਰਮਾਤਮਾ ਦੇ ਭਾਣੇ ਨੂੰ ਜੇ ਧਰਤੀ ਤੇ ਦੇਖਣਾ ਹੋਵੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਨੂੰ ਦੇਖਿਆ ਜਾ ਸਕਦਾ। ਉਹਨਾਂ ਦਾ ਇੱਕ ਇੱਕ ਪਲ, ਇੱਕ ਇੱਕ ਘੜੀ ਉਸ ਪਰਮਾਤਮਾ ਦੀ ਰਜਾ ਵਿੱਚ ਹੈ। ਔਰ ਆਪ ਜੀ ਦੇ ਸਿੱਖ ਭਾਈ ਜੀਵਾ ਜੀ, ਸਿੱਖਾਂ ਦੀ ਗਿਣਤੀ ਦੇਖੋ, ਆਪ ਜੀ ਦੀ ਧਰਮ ਸੁਪਤਨੀ ਮਹਿਲ ਮਾਤਾ ਖੀਵੀ ਜੀ ਆਪ ਜੀ ਦੇ ਸਿੱਖ ਨੇ। ਆਪ ਜੀ ਦੇ ਸਿੱਖਾਂ ਵਿੱਚੋਂ ਭਾਈ ਜੀਵਾ ਜੀ, ਭਾਈ ਪੈੜਾ ਮੁਖਾ ਜੀ, ਬਾਬਾ ਬੁੱਢਾ ਸਾਹਿਬ ਆਪ ਜੀ ਦੇ ਕੋਲ ਰਹਿੰਦੇ ਹੈ। ਹੋਰ ਬਹੁਤ ਸਾਰੇ ਐਸੇ ਸਿੱਖ ਨੇ
ਜਿਨ੍ਹਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਜੀਵਨ ਦੀ ਸੁਚੱਜੀ ਜਾਂਚ ਸਿੱਖੀ ਹੈ ਤੇ ਆਪ ਜੀ ਨੇ ਸੁਚੱਜਾ ਕਰਤਾਰ ਦਿੱਤਾ। ਔਰ ਜਿੱਥੇ ਕਿਤੇ ਸਿੱਖ ਥਿੜਕੇ ਨੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰੋਕਿਆ। ਭਾਈ ਜੀਵਾ ਜੀ ਐਸੇ ਸਿੱਖ ਸਨ, ਰੋਜ਼ ਜਿਹੜੇ ਗੁਰੂ ਸਾਹਿਬ ਨੂੰ 3 ਮੀਲ ਤੋਂ ਖਿਚੜੀ ਤਿਆਰ ਕਰਕੇ ਜਾਂ ਭੋਜਨ ਪ੍ਰਸਾਦਾ ਤਿਆਰ ਕਰਕੇ ਲੈ ਕੇ ਆਉਂਦੇ ਸਨ, ਬੜੀ ਭਾਵਨਾ ਨਾਲ ਸਤਿਗੁਰੂ ਕੋਲ ਬੈਠ ਕੇ ਸਤਿਗੁਰੂ ਨੂੰ ਛਕਾਉਂਦੇ ਸਨ। ਪਰ ਅੱਜ ਜੋ ਸਿੱਖ ਕੀ ਹੋਇਆ, ਹਨੇਰੀ ਆ ਰਹੀ ਸੀ, ਬਰਸਾਤ ਹੋ ਰਹੀ ਸੀ, ਭਾਈ ਜੀਵਾ ਜੀ ਨੂੰ ਕਿਹਾ, ਭਾਈ ਜੀਵਾ ਜੀ ਨੇ ਅਰਦਾਸ ਕੀਤੀ, ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਕਿਰਪਾ ਕਰੋ ਬਰਸਾਤ ਰੋਕ ਦਿਓ। ਚਲੋ ਬਰਸਾਤ ਰੁਕ ਗਈ, ਰੱਬ ਦੀ ਕਰਨੀ ਹੋਈ। ਹੁਣ ਇਹ ਪ੍ਰਸਾਦਾ ਲੈ ਕੇ ਆਇਆ, ਮਹਾਰਾਜ ਨੇ ਅੱਜ ਇਨਕਾਰ ਕਰ ਦਿੱਤਾ ਵੀ ਤੂੰ ਅੱਜ ਮਨਮਤ ਕੀਤੀ ਹੈ, ਤੂੰ ਆਪਣੇ ਮਨ ਦੇ ਪਿੱਛੇ ਤੁਰਿਆ, ਤੂੰ ਅੱਜ ਗੁਰਮੁਖ ਨਹੀਂ ਰਿਹਾ, ਤੂੰ ਗੁਰਮੁਖਤਾਈ ਨਹੀਂ ਵਿਖਾਈ, ਤੂੰ ਮਨਮੁਖਤਾਈ ਦਿਖਾਈ ਹੈ। ਦੇਖ ਉਹ ਰੱਬ ਮੇਰਾ ਬਰਸਾਤ ਕਰਨਾ ਚਾਹੁੰਦਾ ਹੈ, ਹਨੇਰੀ ਲਿਆਉਣਾ ਚਾਹੁੰਦਾ ਹੈ, ਔਰ ਤੂੰ ਆਖੇ ਵੀ ਇਹ ਹਨੇਰੀ ਰੁਕ ਜਾਏ। ਇੱਕ ਗੱਲ ਦੱਸ ਕਿ ਮੈਂ ਆਪਣੇ ਰੱਬ ਨੂੰ ਕਿਵੇਂ ਆਖਾਂ ਵੀ ਰੱਬਾ ਜੋ ਤੂੰ ਕੁਛ ਕਰ ਰਿਹਾ ਮੇਰੇ ਸਿੱਖ ਨੂੰ ਪਰਵਾਹ ਨਹੀਂ ਹੈ, ਸਿੱਖ ਨੂੰ ਚੰਗਾ ਨਹੀਂ ਲੱਗ ਰਿਹਾ, ਮੈਂ ਕਿਵੇਂ ਆਪਣੇ ਰੱਬ ਨੂੰ ਕਹਿ ਦੇਵਾਂ। ਮੇਰਾ ਬਾਪ ਹੈ ਪਰਮੇਸ਼ਰ, ਮੇਰਾ ਰੱਬ ਸਭ ਕੁਝ ਉਹੀ ਹੈ, ਕਿਉਂਕਿ ਹੁਣ ਸਮਝ ਆ ਚੁੱਕੀ ਹੈ ਵੀ ਰੱਬ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਸ ਕਰਕੇ ਪਿਆਰ ਵਾਲਿਓ, ਸਿੱਖਾਂ ਨੂੰ ਨਾਲ ਜੀਵਨ ਜਾਚ ਦਿੱਤੀ। ਲੰਗਰ ਜਿਹੜੀ ਵਿਵਸਥਾ ਜੋ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਆਰੰਭ ਕੀਤੀ ਸੀ, ਉਸ ਨੂੰ ਹੋਰ ਪ੍ਰਚੰਡ ਕੀਤਾ। ਦੇਖੋ ਨਾ ਤੁਸੀਂ ਕਿ ਮਾਤਾ ਖੀਵੀ ਜੀ ਨੂੰ ਪੂਰੀ ਜ਼ਿੰਮੇਵਾਰੀ ਵੇ ਕੇ ਉਹ ਲੰਗਰ ਦੀ ਪ੍ਰਥਾ ਨੂੰ ਹੋਰ ਪੱਕਾ ਕੀਤਾ। ਇੱਥੇ ਤੱਕ ਕਿ ਜਦੋਂ ਸੱਤਾ ਤੇ ਬਲਵੰਡ ਨੇ ਉਸਤਤ ਕੀਤੀ ਨਾ, ਤਾਂ ਮਾਤਾ ਖੀਵੀ ਨੇਕ ਜਨ ਦਾ ਅਰਥ ਹੈ ਨੇਕ ਇਸਤਰੀ ਨੇ, ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਆਰੰਭ ਕੀਤਾ। ਉਹਦੇ ਵਿੱਚ ਖੀਰ, ਘਿਓ ਦੀ ਖੀਰ ਵਰਤਾਈ, ਘਿਓ ਦੇ ਲੰਗਰ ਵਰਤਾਏ, ਸੰਗਤ ਦਾ ਐਡਾ ਸਤਿਕਾਰ, ਸੰਗਤ ਨੂੰ ਐਡਾ ਪਿਆਰ। ਇਹ ਮਾਤਾ ਖੀਵੀ ਜੀ ਨੇ ਜ਼ਿੰਮੇਵਾਰੀ ਲਈ ਸਾਰੀ। ਔਰ ਅੱਗੇ ਤੱਕ ਉਹ ਜ਼ਿੰਮੇਦਾਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਦੇ ਵੇਲੇ ਤੱਕ, ਕਿਉਂਕਿ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ 1552 ਚ ਜੋਤੀ ਜੋਤ ਸਮਾਉਂਦੇ ਨੇ ਤੇ ਮਾਤਾ ਖੀਵੀ ਜੀ 1582 ਵਿੱਚ ਜੋਤੀ ਜੋਤ ਸਮਾਉਂਦੇ। 30 ਸਾਲ ਉਹਨਾਂ ਤੋਂ ਬਾਅਦ ਵੀ ਲੰਗਰ ਦੀ ਸੇਵਾ ਕਰਦੇ ਰਹੇ ਮਾਤਾ ਖੀਵੀ ਜੀ। ਇਤਿਹਾਸ ਦੇ ਪੱਖ ਪੜ੍ਹ ਕੇ ਵੇਖੋ, 63 ਸਲੋਕਾਂ ਦੇ ਵਿੱਚ ਆਪ ਜੀ ਨੇ ਜੀਵਨ ਦੀ ਉਸ ਸੁਚੱਜੀ ਜਾਂਚ ਕੁੱਜੇ ਦੇ ਅੰਦਰ ਸਮੁੰਦਰ ਬੰਦ ਕਰਕੇ ਸਿੱਖਾਂ ਦੀ ਝੋਲੀ ਵਿੱਚ ਪਾ ਦਿੱਤਾ। ਔਰ ਸਿੱਖਾਂ ਨੂੰ ਇੱਕ ਗੱਲ ਬੜੀ ਸਪਸ਼ਟ ਕਰਕੇ ਸਮਝਾਈ ਕਿ ਜੇ ਸਿੱਖੀ ਕਮਾਉਣੀ ਹੈ ਨਾ, ਤਾਂ ਸਿੱਖੀ ਕਮਾਉਣ ਵਾਸਤੇ ਇੱਕ ਕੰਮ ਜ਼ਰੂਰ ਕਰਨਾ ਪੈਣਾ ਹੈ ਕਿ ਸਭ ਕੁਝ ਛੱਡਣਾ ਪੈਣਾ ਹੈ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਗੁਰੂ ਨਾਨਕ ਨੂੰ ਇਹ ਮੁਖਾਤਿਬ ਕੀਤਾ ਸੀ ਬਚਨ ਵੀ, ਗੁਰੂ ਨਾਨਕ ਹੇ ਮੇਰੇ ਸਤਿਗੁਰੂ, ਕਿਸੇ ਦਾ ਕੋਈ ਹੋਰ ਸਾਰਾ ਹੋ ਸਕਦਾ ਪਰ ਮੇਰਾ ਸਾਰਾ ਕੇਵਲ ਤੂੰ ਹੈ। ਕਿਸੇ ਕੋਈ ਕੋਏ ਮੰਝ ਨਿਮਾਣੇ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ ਜਾਨ ਲਗ ਚਿਤ ਨਾ ਆਵੇ, ਕਿਉਂ ਨਾ ਫੁੱਟ ਫਟ ਕੇ ਰੋ ਕੇ ਮਰ ਜਾਵਾਂ ਤੂੰ ਚਿਤ ਨਹੀਂ ਆਵੇਦਾ। ਪਾਓ ਕਿ ਤੂੰ ਚਿਤ ਨਾ ਆਏ, ਮੈਂ ਰੋ ਰੋ ਕੇ ਮਰ ਕਿਉਂ ਨਾ ਜਾਵਾਂ। ਕਿਸੇ ਦਾ ਕੋਈ ਹੋਰ ਆਸਰਾ ਹੋ ਸਕਦਾ ਹੈ, ਮੇਰਾ ਆਸਰਾ ਕੇਵਲ ਤੂੰ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਇਹ ਸਿੱਖ ਲਈਏ। ਅੱਜ ਉਹਨਾਂ ਦਾ ਜੀਵਨ ਜਨਮ ਪ੍ਰਕਾਸ਼ ਦਿਹਾੜਾ ਹੈ। ਇਹ ਸਿੱਖ ਲਈਏ ਕਿ ਐਸੇ ਸਿੱਖ ਬਣੀਏ ਕਿ ਕਹਿ ਦਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਸੇ ਦਾ ਕੋਈ ਹੋਰ ਆਸਰਾ ਸਾਰਾ ਹੋ ਸਕਦਾ ਹੈ, ਪਰ ਅਸੀਂ ਤੇਰੇ ਨਿਮਾਣੇ ਨਿਤਾਣੇ ਅਦਨੇ ਜੇ ਸਿੱਖ ਹਾਂ, ਸਾਡਾ ਆਸਰਾ ਕੇਵਲ ਗੁਰੂ ਗ੍ਰੰਥ ਸਾਹਿਬ ਤੂੰ ਹੈ। ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ, ਸਾਡਾ ਕੋਈ ਸਾਰਾ ਨਹੀਂ। ਹਿਮਾਯੂ ਵਰਗਿਆਂ ਦੇ ਇਹ ਕਹਿ ਦੇਣਾ ਕਿ ਇਹ ਕਿਰਪਾਨ ਜ਼ੁਲਮ ਕਰਨ ਵਾਲਿਆਂ ਤੇ ਨਹੀਂ ਚਲੀ ਤੇ ਇੱਕ ਸੰਤ ਸਾਧ ਤੇ ਚੱਲੀ, ਉਹਨਾਂ ਦੇ ਬਚਨਾਂ ਨੇ ਹਿਮਾਯੂ ਵਰਗੇ ਨੂੰ ਨਿਰਉੱਤਰ ਕਰ ਦਿੱਤਾ ਸੀ। ਇੱਥੇ ਤੱਕ ਕਿ ਖੰਡੂਰ ਸਾਹਿਬ ਦੇ ਵਿੱਚ ਬਰਸਾਤ ਨਾ ਹੋਈ, ਜੱਟਾਂ ਨੇ ਜੋਗੀ ਸਿਵਨਾਥ ਨੂੰ ਕਿਹਾ ਵੀ ਬਰਸਾਤ, ਕਹਿੰਦੇ ਜੇ ਤੁਹਾਡੇ ਪਿੰਡ ਦੇ ਅੰਦਰ ਇੱਕ ਗ੍ਰਸਤੀ ਬੰਦਾ ਗੁਰੂ ਬਣ ਕੇ ਬੈਠਾ ਹੈ, ਬਰਸਾਤ ਕਿਵੇਂ ਹੋ ਸਕਦੀ ਹੈ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਪਤਾ ਚੱਲਿਆ ਨਾ, ਗੁਰੂ ਅੰਗਦ ਦੇਵ ਜੀ ਨਗਰ ਛੱਡ ਕੇ ਚਲੇ ਗਏ ਵੀ ਮੇਰੇ ਕਰਕੇ ਜੇ ਬਰਸਾਤ ਨਹੀਂ ਹੁੰਦੀ ਮੈਂ ਨਗਰ ਛੱਡ ਕੇ ਚਲਾ ਜਾਂਦਾ। ਔਰ ਤੁਸੀਂ ਵੇਖੋ ਕਿ ਬਰਸਾਤ ਫਿਰ ਨਾ ਹੋਈ। ਜੱਟਾਂ ਨੇ ਕਿਹਾ ਉਹਨਾਂ ਨੂੰ, ਭਾਈ ਸਿਵਨਾਥ ਜੋਗੀ ਨੂੰ, ਵੀ ਹੁਣ ਵੀ ਬਰਸਾਤ ਨਹੀਂ, ਤੂੰ ਕਹਿੰਦਾ ਬਰਸਾਤ ਕਰਾ ਦਾਂਗਾ, ਬਰਸਾਤ ਕਰਾ ਹੁਣ। ਜਦ ਬਰਸਾਤ ਨਾ ਹੋਈ ਤਾਂ ਉਹ ਸਾਰੇ ਜਿਹੜੇ ਸਨ ਉਹ ਗੁਰੂ ਅਮਰਦਾਸ ਪਿਤਾ ਸਿੱਖ ਦੀ ਹੈਸੀਅਤ ਨਾਲ ਉੱਥੇ ਕੰਮ ਕਰ ਰਹੇ ਸਨ ਤੇ ਉਹਨਾਂ ਨੇ ਸਹਿਜ ਸੁਭਾਅ ਕਹਿ ਦਿੱਤਾ ਵੀ ਇਸ ਸਿਵਨਾਥ ਦੇ ਸਿਰ 'ਚ ਜੁੱਤੀਆਂ ਮਾਰੋ, ਜਿਹੜਾ ਵੀ ਆਪਣੇ ਖੇਚ ਲਿਜਾ ਕੇ ਜੁੱਤੀਆਂ ਮਾਰੇਗਾ ਉੱਥੇ ਬਰਸਾਤ ਹੋਏਗੀ। ਹੁਣ ਜਿੱਥੇ ਉਹਨੂੰ ਲੈ ਕੇ ਜਾਣ ਜੁੱਤੀਆਂ ਮਾਰਨ, ਬਰਸਾਤ ਹੋਵੇ। ਹੁਣ ਸਾਰੇ ਲੋਕਾਂ ਨੇ ਉਹਨੂੰ ਜੁੱਤੀਆਂ ਜੋਗੀ ਨੂੰ, ਸਿਵਨਾਥ ਨੂੰ ਉੱਥੇ ਮਾਰ ਦਿੱਤਾ। ਗੁਰੂ ਸਾਹਿਬ ਜੀ ਨੂੰ ਪਤਾ ਚੱਲਦਾ ਕਿਉਂਕਿ ਉਹ ਨਗਰ ਤੋਂ ਦੂਰ ਚਲੇ ਗਏ ਸਨ। ਉਹ ਸਾਰੇ ਲੋਕ ਇਕੱਠੇ ਹੋ ਕੇ ਗਏ ਔਰ ਗੁਰੂ ਸਾਹਿਬ ਜੀ ਨੂੰ ਵਾਪਸ ਲੈ ਕੇ ਆਏ। ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਸਾਡੇ ਕੋਲੋਂ ਗਲਤੀ ਹੋਈ ਹੈ। ਤੇ ਗੁਰੂ ਅਮਰਦਾਸ ਪਿਤਾ ਮਹਾਰਾਜ ਨੂੰ ਗੁਰੂ ਅੰਗਦ ਦੇਵ ਜੀ ਨੇ ਕਹਿ ਦਿੱਤਾ ਸੀ ਵੀ ਅਸੀਂ ਤੁਹਾਨੂੰ ਆਪਣੇ ਮੁਖ ਨਹੀਂ ਲਾ ਸਕਦੇ,
ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਇਹ ਕੰਮ ਤਾਂ ਅਸੀਂ ਵੀ ਕਰ ਸਕਦੇ ਸੀ, ਪਰ ਅਸੀਂ ਰੱਬ ਦੀ ਰਜ਼ਾ ਵਿੱਚ ਰਹਿਣ। ਪਰ ਜਿਹੜਾ ਕੰਮ ਗੁਰੂ ਕਾ ਸਿੱਖ ਕਰ ਸਕਦਾ, ਗੁਰੂ ਕਿਉਂ ਨਹੀਂ ਕਰ ਸਕਦਾ? ਪਰ ਗੁਰੂ ਕਹਿੰਦਾ ਨਹੀਂ, ਰਜ਼ਾ 'ਚ ਰਹਿਣਾ ਸਿੱਖੋ, ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਸਿੱਖੋ। ਐਸਾ ਕਿਰਦਾਰ ਧੰਨ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਨੇ ਗੁਰੂ ਸਿੱਖੋ ਸਾਡੇ ਵਾਸਤੇ ਕਮਾ ਕੇ, ਜੀਵਨ ਕਮਾਈ ਕਰਕੇ ਔਰ ਦਿੱਤਾ। 1552 ਵਿੱਚ ਆਪ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ, ਔਰ ਆਪ ਜੀ ਨੇ ਜੋ ਜੀਵਨ ਕਿਰਦਾਰ ਸਾਡੇ ਸਮਕਸ਼ ਰੱਖਿਆ ਉਹ ਕਾਬਲੇ ਤਾਰੀਫ ਹੈ, ਕਾਬਲੇ ਕਬੂਲ ਹੈ। ਔਰ ਉਹਨਾਂ ਦੇ ਜੀਵਨ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਵਚਨ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਰੂਪ ਵਿੱਚ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਗੁਰੂ ਅੰਗਦ ਦੇਵ ਜੀ ਨੇ ਕਮਾਏ। ਔਰ ਆਪਾਂ ਜਦੋਂ ਤੇ ਆਪਾਂ ਰੋਜ਼ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਸਾਚਾ ਸਾਹਿਬ ਸਾਚ ਨਾਏ, ਉਹ ਪਰਮਾਤਮਾ ਸੱਚਾ ਹੈ, ਉਹਦਾ ਨਿਆਂ ਸੱਚਾ ਹੈ, ਉਹਦੀ ਬੋਲੀ ਪਿਆਰ ਦੀ ਹੈ। ਉਹ ਪਿਆਰ ਦੀ ਬੋਲੀ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਬੋਲਦੇ ਰਹੇ। ਉਸ ਪਿਆਰ ਦੀ ਬੋਲੀ ਕਰਕੇ ਉਹਨਾਂ ਨੇ ਲੋਕਾਂ ਦੀ ਝੋਲੀ ਵਿੱਚ ਪਾਇਆ, ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੇ ਜੀਵਨ ਜਾਚ ਸਿਖਾ ਕੇ ਆਪ ਜੋਤੀ ਜੋਤ ਸਮਾਏ। ਐਸੇ ਸਤਿਗੁਰੂ ਜਿਨ੍ਹਾਂ ਨੇ ਐਡਾ ਵੱਡਾ ਪਰਉਪਕਾਰ ਕੀਤਾ, ਖੰਡੂਰ ਸਾਹਿਬ ਵਰਗੀ ਥਾਂ ਦਿੱਤੀ। ਗੋਇੰਦਵਾਲ ਸਾਹਿਬ ਨਗਰ ਵਸਾਉਣ ਵਾਸਤੇ ਆਪ ਜੀ ਨੇ ਹੀ ਉਹ ਨਗਰ ਨੂੰ ਨਿਯਤ ਕੀਤਾ ਸੀ ਵੀ ਇੱਥੇ ਨਗਰ ਵਸਾਉਣਾ, ਔਰ ਗੁਰੂ ਅਮਰਦਾਸ ਜੀ ਨੇ ਉਹ ਨਗਰ ਵਸਾਇਆ ਸੀ। ਇਹ ਦੇਣ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੀ। ਇਸ ਤਰ੍ਹਾਂ ਉਹਨਾਂ ਨੇ 63 ਸ਼ਲੋਕ ਬਾਣੀ ਦੇ ਇਸ ਖਜ਼ਾਨੇ ਵਿੱਚੋਂ ਬਖਸ਼ੇ, ਔਰ ਪੂਰਾ ਜੀਵਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਕਮਾਈ ਕਰਦੇ ਹੋਏ, ਉਹ ਲੋਕਾਂ ਨੂੰ ਇਸ ਕਮਾਈ ਨੂੰ ਦ੍ਰਿੜ ਕਰਾਉਂਦੇ ਹੋਏ ਆਪ ਜੀ ਨੇ ਬਤੀਤ ਕੀਤਾ। ਸੋ ਅੱਜ ਉਹਨਾਂ ਦੇ ਪ੍ਰਕਾਸ਼ ਪੁਰਬ 'ਤੇ ਆਪ ਸੰਗਤਾਂ ਨੂੰ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਸਿੱਖੀ ਸਿੱਖਣੀ ਹੈ ਤਾਂ ਗੁਰੂ ਅੰਗਦ ਦੇਵ ਜੀ ਕੋਲੋਂ ਸਿੱਖੀਏ, ਰਜਾ ਵਿੱਚ ਰਹਿਣਾ ਸਿੱਖੀਏ। ਆਪਣਾ ਹਉਮੈ ਹੰਕਾਰ ਮੇਰ ਤੇਰ ਆਪਣੇ ਵਡੱਪਨ ਨੂੰ ਛੱਡ ਇੰਨੀ ਨਿਮਰਤਾ ਦੇ ਧਾਰਨੀ ਹੋ ਜਾਈਏ ਜੋ ਗੁਰੂ ਅੰਗਦ ਦੇਵ ਜੀ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖਾਂ ਵਧਾਈਆਂ। ਇਤਨੀਆਂ ਬੇਨਤੀਆਂ ਪ੍ਰਵਾਨ। ਫਤਿਹ ਜੀ ਸੰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਧਨਾਤਰੀ ਮਹੱਲਾ ਤੀਜਾ। ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਤਨ ਅਖੁੱਟ ਨਾ ਨਿਕੁਟੈ ਨਾ ਜਾਏ, ਪੂਰੇ ਸਤਿਗੁਰ ਦਿਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਤਨ ਅਖੁੱਟ ਨਾ ਨਿਕੁਟੈ ਨਾ ਜਾਏ, ਪੂਰੇ ਸਤਿਗੁਰ ਦਿਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੇ ਹਰ ਧਨ ਪ੍ਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ। ਰਾਹੋ ਆਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮਹਿ ਵਸੈ ਪ੍ਰਭ ਏਕੋ ਸੋਏ, ਗੁਰਮਤਿ ਘਟ ਪ੍ਰਗਟ ਹੋਏ। ਸਹਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ।
ਸਭ ਮਹਿ ਵਸੈ ਪ੍ਰਭ ਏਕੋ ਸੋਏ, ਗੁਰਮਤਿ ਘਟ ਪ੍ਰਗਟ ਹੋਏ। ਸਹਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੀ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਆਖਿਆ ਕਰਤੇ ਕਾ ਹੋਇ, ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਮਰਿਓ ਸਿਰਜਿ ਮੇਰੇ ਨਿਰਭਉ ਕਾ ਸੋਹਿਲਾ। ਹੋਂ ਵਾਰਿ ਜੀ ਸੋਹਿਲਾ ਸਦਾ ਸੁਖ ਹੋਇ ਰਹਾ। ਜਿਹੜੇ ਸੰਭਾਲ ਨੂੰ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤਾਂ ਉਸ ਦਾਤੇ ਕਉ ਸਮਾਰ। ਸਮਝ ਸਾਲ ਲਖਿਆ ਮਿਲ ਕਰ ਪਾਵ ਤੇਲ ਦੇਹੋ ਸੱਜਣ ਅਸੀਂ ਸੜੀਆਂ। ਕਰ ਕਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ। ਸਿਮਰਿਆ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ। ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਇਸ ਵਿੱਚ ਅਸਿਆਂ ਘੜੀਆਂ ਪੈਰਾਂ ਥੱਤੀ ਵਾਰੀ। ਮਹਾ ਹੋਆ ਸੂਰਜ ਏਕੋ ਰਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ। ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਤੋਹ ਬਨਾਲ ਨੂੰ ਪਵਨ ਚਬਰੋ ਕਰੇ, ਸਗਲ ਬੰਡਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਬਹੁ ਖੜਨਾ ਤੇਰੀ ਆਰਤੀ। ਅਨਤਾ ਸ਼ਬਦ ਬਾਜੰਤ ਪਹਿਰੀ ਰਹਾਓ। ਸਹਿਸ ਤਵ ਨੈਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਵਿਮੰਦਨ ਏਕ ਪਦ ਗੰਧ ਵਿਨ। ਸਹਿਸ ਤਵ ਗੰਧ ਇਵ ਚਰਤ ਮੋਹੀ। ਸਮੈ ਜੋਤ ਜੋਤ ਹੈ ਸੋਇ ਤਿਸਦੈ ਚਾਨਣ। ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਰੁਣ ਕਰਨ ਲੋਹਿਤ। ਮਨੋ ਦਿਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ। ਜਾਤੇ ਤਿਰਨਾਏ ਵਾਸਾ। ਰਾਗ ਗੋੜੀ ਪੂਰੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਪੋਹ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਲੀ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪਨ ਵੱਡਾਹੇ, ਕਰ ਡੰਡੋਤ ਪਨ ਵੱਡਾਏ ਰਹਾਓ। ਸਾਕਤ ਹਰ ਸਾਧ ਨ ਜਾਣਿਆ, ਤਨ ਅੰਤਰ ਹੋ ਮੈਂ ਕੰਡਾਹੇ। ਜੋ ਜੋ ਚਲਾ ਚੁਬੈ ਦੁਖ ਪਾਵੈ, ਜਮਕਾਲ ਸਹਿਜ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਹੁ ਖੰਡਾ ਹੈ। ਅਬਨਾਸੀ ਪ੍ਰਗ ਪਾਇਆ ਪਰਮੇਸ਼ਰ, ਬਹੁ ਸੋ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਤੇਰੇ, ਹਰ ਰਾਖ ਰਾਖ ਬਟ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੋੜੀ ਪੂਰੀ ਮਹਿਲਾ ਪੰਜਵਾਂ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹਾਂ ਖਾਟ ਚਲੋ ਹਰ ਲਾਹਾ, ਗੈ ਵਸਨ ਸਵੇਲਾ। ਉਤਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲਕਾਸ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ। ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੂ। ਹਰ ਗੁਰ ਤੇ ਮਨੈ ਵਸੇਰਾ, ਨਿਜ ਕਰ ਮੈਲ ਪਾਉ ਸੁਖ ਸਹਿਜੇ। ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ